ਲੜੀਵਾਰ ਗੁਰ ਇਤਿਹਾਸ ਦੀ ਕਥਾ ਚੱਲ ਰਹੀ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਆਨੰਦਪੁਰ ਸਾਹਿਬ ਵਿਖੇ ਬਿਰਾਜਮਾਨ ਹਨ। ਖਾਲਸੇ ਨੇ, ਵਿਦਵਾਨ ਗੁਰਸਿੱਖਾਂ ਨੇ ਸਤਿਗੁਰੂ ਜੀ ਕੋਲ ਬੇਨਤੀ ਕੀਤੀ, ਮਹਾਰਾਜ ਕਰਮਾਂ ਦੇ ਬਾਰੇ ਦੱਸੋ ਵੀ ਜੀਵ ਕਿਵੇਂ ਕਰਮਾਂ ਦੇ ਬੰਧਨਾਂ ਵਿੱਚ ਫਸ ਕੇ ਜਨਮ ਮਰਨ ਦੇ ਚੱਕਰ ਵਿੱਚ ਪੈ ਕੇ ਦੁੱਖ ਭੋਗਦਾ ਹੈ। ਸਤਿਗੁਰੂ ਜੀ ਨੇ ਕਿਹਾ ਵੀ ਭਾਈ ਦਇਆ ਸਿੰਘ ਜੀ ਸਾਡਾ ਰੂਪ ਹਨ, ਇਹਨਾਂ ਕੋਲ ਜੋ ਵੀ ਪ੍ਰਸ਼ਨ ਕਰੋਗੇ ਉਹਨਾਂ ਦਾ ਤੁਹਾਨੂੰ ਸਹੀ ਉੱਤਰ ਮਿਲੇਗਾ, ਇਹਨਾਂ ਵਿੱਚ ਸਾਡੇ 'ਚ ਕੋਈ ਭੇਦ ਨਹੀਂ। ਭਾਈ ਦਇਆ ਸਿੰਘ ਜੀ ਫਿਰ ਦੱਸਣ ਲੱਗੇ, ਕਹਿਣ ਲੱਗੇ ਕਰਮਾਂ ਦੇ ਬਾਰੇ ਸੁਣੋ ਕਿ 3 ਤਰ੍ਹਾਂ ਦੇ ਕਰਮ ਹਨ। ਜੋ ਅਸੀਂ ਕਰਮ ਕਰਦੇ ਹਾਂ ਉਹ ਜਮ੍ਹਾਂ ਹੋ ਜਾਂਦੇ ਹਨ, ਤੇ ਜਮ੍ਹਾਂ ਕਰਮਾਂ ਦੇ ਵਿੱਚੋਂ ਫਿਰ ਜਦੋਂ ਸਾਨੂੰ ਸਰੀਰ ਮਿਲਦਾ ਹੈ ਉਹ ਫਿਰ ਕੁਝ ਕਰਮ ਉਹਦੇ ਵਿੱਚੋਂ ਵੱਖਰੇ ਲੈ ਕਰਕੇ ਉਹਨਾਂ ਦੇ ਕਰਮਾਂ ਦੇ ਦੁਆਰਾ ਸਰੀਰ ਦੀ ਰਚਨਾ ਹੁੰਦੀ ਹੈ। ਕੁਝ ਚੰਗੇ ਕੁਝ ਮਾੜੇ, ਤੇ ਜੇ ਮਾੜੇ ਬਹੁਤੇ ਹੋਣ ਫਿਰ ਮਾੜੀ ਥਾਂ 'ਤੇ ਜਨਮ ਹੋਵੇਗਾ, ਤੇ ਜੇ ਚੰਗੇ ਹੋਣ ਤੇ ਚੰਗੀ ਥਾਂ 'ਤੇ ਪੁੰਨ ਕਰਮ ਜ਼ਿਆਦਾ ਹੋਣ ਤੇ ਫਿਰ ਚੰਗੇ ਪਰਿਵਾਰ ਖਾਨਦਾਨ ਵਿੱਚ। ਸੋ ਇਸ ਤਰ੍ਹਾਂ ਕਰਕੇ ਉਹ ਹਿਸਾਬ ਸਮਝਾਉਂਦੇ ਹਨ। ਤੀਰਾਂ ਦੇ ਪੱਥੇ ਦਾ ਪ੍ਰਮਾਣ ਦਿੱਤਾ। ਪੱਥੇ ਵਿੱਚ ਰੱਖੇ ਹੋਏ ਤੀਰ ਇਹ ਜਮ੍ਹਾਂ ਕਰਮ ਹਨ, ਸੰਚਿਤ ਕਰਮ ਹਨ। ਇਹਨਾਂ ਵਿੱਚੋਂ ਕੱਢ ਕੇ ਜੋ ਤੀਰ ਅਸੀਂ ਚਿੱਲੇ 'ਤੇ ਜੋੜ ਲਿਆ ਚਲਾਉਣ ਦੇ ਵਾਸਤੇ, ਉਹ ਕਿਰੇਮਾਨ ਹੋ ਗਏ। ਹੁਣ ਉਹ ਸਾਡੀ ਮਰਜ਼ੀ ਹੈ ਅਸੀਂ ਉਹਨੂੰ ਚਲਾਈਏ ਜਾਂ ਨਾ ਚਲਾਈਏ। ਇਸੇ ਤਰ੍ਹਾਂ ਸਾਨੂੰ ਸੋਝੀ ਹੈ ਵੀ ਅਸੀਂ ਆਹ ਕੰਮ ਕਰਨਾ ਹੈ ਜਾਂ ਨਹੀਂ ਕਰਨਾ। ਉਹ ਸਾਡੀ ਮਰਜ਼ੀ ਹੈ ਵੀ ਅਸੀਂ ਮਾੜਾ ਕੰਮ ਕਰੀਏ ਜਾਂ ਚੰਗਾ ਕੰਮ ਕਰੀਏ। ਇਹ ਕਿਰੇਮਾਨ ਹੋ ਗਿਆ, ਤੇ ਫਿਰ ਕਿਰੇਮਾਨ ਹੀ ਮੁੜ ਕੇ ਪ੍ਰਾਰਬਧ ਬਣ ਜਾਂਦਾ। ਕਿਰੇਮਾਨ ਜੋ ਕਰਮ ਕਰਦੇ ਉਹੀ ਫਿਰ ਸੰਚਿਤ ਹੋ ਜਾਂਦੇ, ਪ੍ਰਾਰਬਧ ਕਰਕੇ ਕਿਰੇਮਾਨ ਕਰਕੇ ਫਿਰ ਸੰਚਿਤ। ਇਹ ਚੱਕਰ ਇਸ ਤਰ੍ਹਾਂ ਚੱਲਦਾ ਰਹਿੰਦਾ ਹੈ। ਤੇ ਬੜੀ ਸੂਖਮ ਵਿਚਾਰ ਵੀ ਅੰਤःਕਰਨ ਕਿਵੇਂ ਬਣਦਾ ਹੈ, ਕਿ ਸੂਖਮ ਹੈ, ਕਰਮ ਵੀ ਸੂਖਮ ਹਨ। ਉਹ ਕਰਮ ਕਰਦੇ ਤਾਂ ਅਸੀਂ, ਪਰ ਕਰਮਾਂ ਦਾ ਚੰਗੇ ਮਾੜੇ ਦਾ ਫਲ ਜਿਹੜਾ ਹੈ, ਉਹ ਜਿਹੜਾ ਰੂਪ ਹੈ ਉਹ ਸਾਨੂੰ ਦਿਖਾਈ ਨਹੀਂ ਦਿੰਦਾ। ਤੇ ਅੰਤःਕਰਨ ਦਾ ਰੂਪ ਵੀ ਨਹੀਂ ਦਿਸਦਾ, ਨਾ ਮਨ ਦਿਸਦਾ, ਨਾ ਬੁੱਧੀ ਦਿਸਦੀ ਹੈ, ਨਾ ਚੇਤਾ ਸ਼ਕਤੀ, ਨਾ ਮੈਂਪੁਣਾ, ਕਿਉਂਕਿ 5 ਤੱਤਾਂ ਦੀ ਸਤੋ ਵੰਸ਼ ਤੋਂ ਬਣੇ ਹਨ। ਫਿਰ ਸਮਝਾਇਆ ਹੈ ਵੀ ਜਿਵੇਂ ਸਤੋਵੰਸ਼ ਜਿਹੜੀ ਸ਼ੁੱਧ ਰੂਪ ਹੈ, ਸਤੋਵੰਸ਼ ਦਾ ਮਤਲਬ ਸ਼ੁੱਧ ਰੂਪ ਹੈ, ਜਿਹੜੀ 5 ਤੱਤਾਂ ਦਾ ਸ਼ੁੱਧ ਰੂਪ। ਇਹ ਮਾਨੋ ਇੱਕ ਮਿੱਟੀ ਹੈ, ਤੇ ਉਸ ਮਿੱਟੀ ਦਾ ਫਿਰ ਢੇਲਾ ਤਿਆਰ ਕੀਤਾ, ਉਸਨੂੰ ਗੁੰਨ ਕੇ ਤਿਆਰ ਕੀਤਾ। ਹੁਣ ਉਹ ਢੇਲੇ ਨੂੰ ਘੁਮਿਆਰ ਚੱਕ 'ਤੇ ਚੜ੍ਹਾ ਕੇ ਫਿਰ ਪਾਣੀ ਦੇ ਨਾਲ ਉਸਨੂੰ ਲਾ ਕੇ ਪਾਣੀ ਤੇ ਭਾਂਡਾ ਤਿਆਰ ਕਰਦਾ ਹੈ। ਉਹ ਫਿਰ ਛੋਟਾ ਹੋਵੇ ਜਾਂ ਵੱਡਾ ਹੋਵੇ, ਉਹ ਭਾਂਡੇ ਵਿੱਚ ਜਿਹੜੀ ਖਾਲੀ ਥਾਂ ਹੋਏਗੀ ਉਹਨੂੰ ਆਕਾਸ਼ ਕਹਿੰਦੇ ਹਨ। ਜੇ ਆਕਾਸ਼ ਨਾ ਹੋਵੇ ਤੇ ਭਾਂਡੇ ਵਿੱਚ ਕੁਝ ਰੱਖਿਆ ਨਹੀਂ ਜਾ ਸਕਦਾ। ਇਸੇ ਤਰ੍ਹਾਂ ਹੀ ਸੋ ਜਿਹੜਾ ਸਤੋ ਗੁਣ ਹੈ ਇਹ ਮਿੱਟੀ ਹੈ, ਜਿਹੜਾ ਅੰਤःਕਰਨ ਹੈ ਮਾਨੋ ਉਸ ਮਿੱਟੀ ਦਾ ਗੋਲਾ ਬਣਾ ਲਿਆ, ਤੇ ਜਿਹੜਾ ਉਹਦੇ ਵਿੱਚ ਆਕਾਸ਼ ਹੈ
ਮੰਨ ਲਓ ਚੇਤਨ ਸੱਤਾ ਹੈ, ਬ੍ਰਹਮ ਦੀ ਜੋਤ ਹੈ, ਤਾਕਤ ਹੈ, ਸ਼ਕਤੀ ਹੈ। ਇਹ ਤਿੰਨ ਚੀਜ਼ਾਂ ਜਦੋਂ ਇਕੱਠੀਆਂ ਹੋ ਗਈਆਂ, ਅਗਿਆਨ ਰੂਪੀ ਜਲ ਹੈ। ਸੋ ਅਗਿਆਨ ਰੂਪੀ ਜਲ ਦੇ ਨਾਲ ਫਿਰ ਇਹ ਅੰਤःਕਰਨ ਰੂਪ ਭਾਂਡਾ ਤਿਆਰ ਹੋ ਗਿਆ, ਕੜਾ ਤਿਆਰ ਹੋ ਗਿਆ। ਇਹਦੇ 'ਚ ਫਿਰ ਜੋ ਵੀ ਅਸੀਂ ਚੰਗੇ ਮਾੜੇ ਕਰਮ ਕਰਦੇ ਹਾਂ ਜਮ੍ਹਾਂ ਹੋਈ ਜਾਂਦੇ ਹਨ। ਇਹ ਵੀ ਨਹੀਂ ਵੀ ਅਸੀਂ ਜੇ ਸਰੀਰ ਤਿਆਗ ਦਿੱਤਾ ਤੇ ਫਿਰ ਅੱਗੇ ਜਨਮ ਵਿੱਚ ਇਹ ਕਰਮ ਖਤਮ ਹੋ ਗਿਆ, ਐਸਾ ਨਹੀਂ, ਇਹ ਨਾਲ ਜਾਂਦੇ ਹਨ ਕਰਮ। ਮਨ ਬੁੱਧ ਚਿੱਤ ਹੰਕਾਰ ਅੰਤःਕਰਨ ਜੋ ਸੂਖਮ ਹੈ, ਇਹ ਸਾਡੇ ਉਦਾਲੇ ਸੰਸਕਾਰ ਬਣੇ ਰਹਿੰਦੇ ਹਨ ਜਿੰਨਾ ਚਿਰ ਵਹਿਮ ਗਿਆਨ ਨਾ ਹੋਵੇ। ਇਹ ਫਿਰ ਸਾਰੇ ਜਨਮਾਂ ਤੱਕ ਨਾਲ ਹੀ ਜਾਂਦੇ ਹਨ। ਤੇ ਜਿਹੜੇ ਜਨਮ ਵਿੱਚ ਬ੍ਰਹਮ ਗਿਆਨ ਦੀ ਪ੍ਰਾਪਤੀ ਹੋ ਗਈ, ਉੱਥੇ ਫਿਰ ਅੱਗੇ ਪ੍ਰਕਰਨ ਆਏਗਾ, ਖਤਮ ਹੋ ਜਾਂਦੇ ਹਨ। ਹੁਣ ਇਹਨਾਂ ਵਿੱਚੋਂ ਇੱਕ ਚੀਜ਼ ਜੇ ਨਾ ਹੋਵੇ, ਜੇ ਮਿੱਟੀ ਨਾ ਹੋਵੇ ਤੇ ਫਿਰ ਭਾਂਡਾ ਕਿਵੇਂ ਬਣੇਗਾ? ਤੇ ਜੇ ਉਹਨੂੰ ਗੁੰਨਿਆ ਨਾ ਜਾਵੇ, ਉਹਦਾ ਢੇਲਾ ਨਾ ਬਣਾਇਆ ਜਾਏ, ਗੁੰਨ ਕੇ ਤਿਆਰ ਨਾ ਕੀਤਾ ਜਾਵੇ, ਫਿਰ ਵੀ ਨਹੀਂ ਹੋ ਸਕਦਾ। ਤੇ ਜੇ ਪਾਣੀ ਨਾ ਹੋਵੇ ਤਾਂ ਫਿਰ ਵੀ ਨਹੀਂ ਹੋ ਸਕਦਾ। ਤਿੰਨਾਂ 'ਚ ਇੱਕ ਜੇ ਨਾ ਹੋਵੇ ਤੇ ਇਹ ਨਹੀਂ ਹੋ ਸਕਦਾ। ਜੇ ਤਿੰਨੇ ਹੋਣ ਤਾਂ ਹੀ ਹੋ ਸਕਦਾ ਹੈ। ਸੋ ਇਸੇ ਤਰ੍ਹਾਂ ਹੀ ਸੋ ਸਤੋ ਗੁਣ ਜਿਹੜਾ ਹੈ ਉਹ ਮਿੱਟੀ ਹੈ, ਜਿਹੜਾ ਅੰਤःਕਰਨ ਇੱਕ ਪਿੰਡ ਬਣ ਗਿਆ, ਮਨ ਬੁੱਧ ਚਿੱਤ ਹੰਕਾਰ ਇੱਕ ਪਿੰਡ ਬਣ ਗਿਆ, ਗੋਲਾ ਬਣ ਗਿਆ। ਉਸ ਦੇ ਉੱਤੇ ਫਿਰ ਭਾਂਡਾ ਬਣਾਇਆ ਗਿਆ ਅਗਿਆਨ ਰੂਪੀ ਜਲ ਦੇ ਨਾਲ। ਇਸ ਤਰ੍ਹਾਂ ਫਿਰ ਸਾਡੇ ਕਰਮਾਂ ਰੂਪੀ ਜੋ ਬੀਜ ਹਨ ਉਹ ਰੱਖੇ ਜਾਂਦੇ ਹਨ। ਫਿਰ ਇੱਕ ਪੱਥਾ ਹੈ, ਪੱਥੇ ਵਿੱਚ ਰੱਖੇ ਗਏ ਅੰਤःਕਰਨ ਰੂਪੀ ਪੱਥਾ ਹੈ। ਹੁਣ ਜਿਹੜਾ ਅਸੀਂ ਤੀਰ ਚਲਾ ਦਿੱਤਾ, ਜਿੰਨਾ ਚਿਰ ਉਹਦੀ ਸ਼ਕਤੀ ਖਤਮ ਨਹੀਂ ਹੋਏਗੀ ਉਹ ਡਿੱਗੇਗਾ ਨਹੀਂ। ਜਦੋਂ ਡਿੱਗ ਗਿਆ ਉਹਦੀ ਸ਼ਕਤੀ ਖਤਮ ਹੋ ਗਈ। ਇਸੇ ਤਰ੍ਹਾਂ ਜਿਹੜਾ ਸਾਨੂੰ ਇਹ ਸਰੀਰ ਮਿਲਿਆ ਹੈ, ਜੋ ਇਹਦੇ 'ਚ ਅਸੀਂ ਚੰਗੇ ਮਾੜੇ ਕਰਮ ਭੋਗਣੇ ਲਿਖੇ ਹਨ, ਉਹ ਅਸੀਂ ਜਦੋਂ ਭੋਗ ਲੈਂਦੇ ਹਾਂ ਫਿਰ ਉਹਨਾਂ ਕਰਮਾਂ ਦਾ ਫਲ ਦੁਬਾਰਾ ਸਾਨੂੰ ਨਹੀਂ ਮਿਲਦਾ। ਪਰ ਜੇ ਅਸੀਂ ਹੋਰ ਕਰਮ ਕਰਦੇ ਹਾਂ ਵਿੱਚ, ਉਹਨਾਂ ਕਰਮਾਂ ਦਾ ਤਾਂ ਫਲ ਸੁਤੇ ਸਿੱਧ ਹੈ। ਅਸੀਂ ਫਿਰ ਆਪਦੀ ਮਰਜ਼ੀ ਨਾਲ ਕੁਝ ਵੀ ਕਰਮ ਕਰਦੇ ਹਾਂ, ਧੱਕੇ ਨਾਲ, ਆਪਦੀ ਮਰਜ਼ੀ ਨਾਲ, ਬੇਸਮਝੀ ਕਰਕੇ, ਉਹ ਫਿਰ ਚੰਗੇ ਮਾੜੇ ਕਰਮ ਹੋਰ ਨਾਲ ਜੁੜੀ ਜਾਂਦੇ ਹਨ। ਇਸ ਤਰ੍ਹਾਂ ਦਾ ਸਿਸਟਮ ਚੱਲਦਾ ਰਹਿੰਦਾ ਹੈ। ਅਗਲੀ ਵਿਚਾਰ ਸਰਵਨ ਕਰਨ ਦੇ ਵਾਸਤੇ ਆਪੋ ਆਪਣੇ ਖਿਆਲਾਂ ਨੂੰ ਬਾਹਰੋਂ ਰੋਕੀਏ, ਸਾਵਧਾਨ ਇਕਾਗਰ ਚੀਤ ਹੁੰਦੇ ਹੋਏ ਮਨ ਕਰਕੇ ਹਾਜ਼ਰੀਆਂ ਲਵਾਈਏ, ਰਸਨਾ ਕਰੀਏ ਪਵਿੱਤਰ, ਸਾਰੇ ਗੱਜ ਕੇ ਆਖੀਏ ਸਤਿਨਾਮ ਸ੍ਰੀ ਵਾਹਿਗੁਰੂ ਜੀ। ਫੇਰ ਆਖੀਏ ਸਤਿਨਾਮ ਸ੍ਰੀ ਵਾਹਿਗੁਰੂ ਜੀ। ਪ੍ਰਥਮ ਅਵਸਥਾ ਮਹਿ ਕਿਰਮਾਨ। ਸੋ ਪਹਿਲੀ ਜਿਹੜੀ ਅਵਸਥਾ ਹੈ ਉਹਦੇ ਵਿੱਚ ਜੋ ਅਸੀਂ ਕੰਮ ਕਰਦੇ ਹਾਂ ਇਹਨਾਂ ਨੂੰ ਕਿਰਮਾਨ ਕਹਿੰਦੇ ਹਨ। ਤੇ ਜਿਹੜੇ ਕਰਮ ਕਰਦੇ ਹਾਂ ਉਹ ਜਮ੍ਹਾਂ ਹੋਈ ਜਾਂਦੇ, ਉਹਨਾਂ ਨੂੰ ਸੰਚਿਤ ਕਿਹਾ ਹੈ। ਜਿਹੜੇ ਸੰਚਿਤ ਜਮ੍ਹਾਂ ਕਰਮਾਂ ਦੇ ਵਿੱਚੋਂ ਜਿਵੇਂ ਇੱਕ ਤੀਰ ਪੱਥੇ 'ਚੋਂ ਕੱਢਿਆ, ਇਸ ਤਰ੍ਹਾਂ ਫਿਰ ਕੁਝ ਕਰਮ ਵਿੱਚੋਂ ਵੱਖਰੇ ਕਰਕੇ ਅਗਲਾ ਜਿਹੜਾ ਸਰੀਰ ਹੈ ਪ੍ਰਾਰਬਧ ਅਨੁਸਾਰ ਉਹ ਪ੍ਰਾਰਬਧ ਬਣ ਜਾਂਦੇ ਹਨ। ਪ੍ਰਾਰਬਧ ਸੰਗਿਆ ਹੋਏ ਜਾਏ। ਸੰਗਿਆ ਨਾਮ ਹੁੰਦਾ ਨਾਮਕਰਨ ਦਾ, ਜਿਵੇਂ ਕਿਸੇ ਦਾ ਕੋਈ ਨਾਂ ਰੱਖਿਆ ਜਾਵੇ ਉਹਨੂੰ ਨਾਮਕਰਨ ਕਹਿੰਦੇ ਹਨ। ਸੋ ਇਹਦਾ ਨਾਮ ਸੋ ਪ੍ਰਾਰਬਧ ਇਹ ਸੰਗਿਆ ਹੋ ਗਈ। ਜਿਵੇਂ ਇੱਕ ਕਾਲ ਭਵਿੱਖਿਅਤ ਹੋਏ। ਜਿਵੇਂ ਸਮਾਂ ਟਾਈਮ ਇੱਕ ਹੀ ਹੈ, ਜਿਹੜਾ ਆਉਣ ਵਾਲਾ ਸਮਾਂ ਹੈ
ਵਰਤਮਾਨ ਹੈ ਸੋਏ। ਉਹ ਫਿਰ ਵਰਤਮਾਨ ਮੌਜੂਦਾ ਸਮਾਂ ਹੋ ਜਾਂਦਾ ਹੈ। ਕੋਈ ਕਾਲ ਭੂਤ ਹਵੈ ਜਾਏ। ਉਹੀ ਫਿਰ ਬੀਤਿਆ ਹੋਇਆ ਸਮਾਂ ਹੋ ਜਾਂਦਾ ਹੈ। ਜਾਂ ਸਮਝਣ ਵਾਸਤੇ ਇਉਂ ਕਹਿ ਲਓ ਵੀ ਜਿਵੇਂ ਅਸੀਂ ਆਪਣੇ ਬੱਚੇ ਦੀ ਵਿਆਹ ਦੀ ਤਰੀਕ ਰੱਖ ਦਿੱਤੀ ਆਉਣ ਵਾਲੇ ਸਮੇਂ 'ਚ ਵੀ ਇੰਨੇ ਮਹੀਨੇ ਬਾਅਦ ਇੰਨੇ ਚਿਰ ਬਾਅਦ ਫਲਾਣੀ ਤਰੀਕ ਨੂੰ ਵਿਆਹ, ਉਹ ਹੁਣ ਸਮਾਂ ਆਉਂਦਾ ਜਾਂਦਾ ਹੈ ਨੇੜੇ। ਉਹ ਸਮਾਂ ਜਦੋਂ ਆ ਜਾਂਦਾ ਹੈ ਫਿਰ ਉਹ ਵਿਆਹ ਦੀਆਂ ਤਿਆਰੀਆਂ, ਵਿਆਹ ਹੋ ਗਿਆ, ਉਹ ਵਰਤ ਜਾਂਦਾ ਹੈ। ਫਿਰ ਉਹ ਗੱਲ ਵਰਤ ਜਾਂਦੀ ਹੈ, ਉਹ ਵਰਤਮਾਨ ਹੋ ਗਿਆ। ਫਿਰ ਵਿਆਹ ਹੋਣ ਤੋਂ ਬਾਅਦ ਕੁਝ ਸਮੇਂ ਤੋਂ ਬਾਅਦ ਫਿਰ ਹੋ ਜਾਂਦਾ ਵੀ ਇਹਦਾ ਵਿਆਹ ਫਲਾਣੀ ਤਰੀਕ ਨੂੰ ਹੋਇਆ ਸੀ। ਉਹਨੂੰ ਭੂਤਕਾਲ ਕਹਿੰਦੇ। ਸਮਝਣ ਵਾਸਤੇ ਇਉਂ ਜਾਣ ਲਵੋ। ਲਖੋ ਖਾਲਸਾ ਤਿਸਰੀ ਪਾਏ। ਇਹ ਖਾਲਸਾ ਜੀ ਇਸ ਗੱਲ ਨੂੰ ਇਸ ਤਰ੍ਹਾਂ ਸਮਝ ਲਓ, ਜਾਣ ਲਵੋ। ਪ੍ਰਾਰਬਧ ਕੇ ਫਲ ਹੈ ਤੀਨ। ਹੁਣ ਪ੍ਰਾਰਬਧ ਕਰਮ ਜਿਹਦੇ ਨਾਲ ਸਰੀਰ ਮਿਲਿਆ ਉਹਦੇ ਫਿਰ 3 ਫਲ ਮਿਲਦੇ ਹਨ। ਜਾਤ ਆਰ ਵਲ ਭੋਗ ਸੁਖੀਨ। ਸੋ ਪਹਿਲੀ ਗੱਲ ਇਹ ਹੈ ਵੀ ਕਿਹੜੀ ਜਾਤ ਵਿੱਚ ਇਹਨੇ ਜਨਮ ਲੈਣਾ ਹੈ, ਕਿਹੜੇ ਖਾਨਦਾਨ ਵਿੱਚ, ਕਿਹੜੇ ਪਰਿਵਾਰ ਦੇ ਵਿੱਚ, ਕਿਹੋ ਜਿਹੇ ਘਰ ਦੇ ਵਿੱਚ ਇਹਦਾ ਜਨਮ ਹੋਏਗਾ। ਇਹ ਜਾਤ ਹੋ ਗਈ, ਉਹ ਵੀ ਕਰਮਾਂ ਅਨੁਸਾਰ ਹੀ ਹੁੰਦੀ ਹੈ। ਹੁਣ ਕਈ ਜਨਮ ਤੋਂ ਹੀ ਕੰਗਾਲ ਹਨ, ਕਈ ਜਨਮ ਤੋਂ ਹੀ ਬਾਦਸ਼ਾਹ ਹਨ। ਹੁਣ ਮੰਨ ਲਓ ਵੀ ਇੱਕ ਝੁੱਗੀ ਝੋਪੜੀ 'ਚ ਰਹਿਣ ਵਾਲਾ ਬੱਚਾ ਪੈਦਾ ਹੋਇਆ, ਉਹ ਵਿਚਾਰਾ ਜੰਮਦਾ ਹੀ ਕੰਗਾਲ ਹੈ। ਇੱਕ ਟਾਟੇ ਬਿਰਲੇ ਦੇ ਘਰ ਪੈਦਾ ਹੋਇਆ, ਜੰਮਦਾ ਹੀ ਉਹ ਅਰਬਾਂਪਤੀ ਹੈ। ਸੋ ਇਸ ਤਰ੍ਹਾਂ ਇਹ ਪ੍ਰਾਰਬਧ ਕਰਮਾਂ ਦਾ ਫਲ ਹੈ। ਕਿਹੜੀ ਜਾਤ ਵਿੱਚ, ਕਿਹੋ ਜਿਹੇ ਘਰ ਵਿੱਚ, ਕਿਹੋ ਜਿਹੇ ਪਰਿਵਾਰ, ਕਿਹੋ ਜਿਹੇ ਖਾਨਦਾਨ ਵਿੱਚ ਇਹਨੇ ਜਨਮ ਲੈਣਾ ਹੈ, ਉਹ ਵੀ ਕਰਮਾਂ ਅਨੁਸਾਰ ਹੀ ਹੁੰਦਾ ਹੈ। ਤੇ ਆਰਬਲ ਉਮਰ ਇਹਦੀ ਕਿੰਨੀ ਹੋਣੀ ਹੈ। ਗਣ ਘਾਲੇ ਸਭ ਦਿਵਸ ਸਾਸ ਨ ਬਟਨ ਘਟਨ ਤਿਲ ਸਾਰ। ਸਾਹ ਗਿਣਤੀ ਕਰਕੇ ਪਾਏ ਜਾਂਦੇ ਹਨ, ਉਹਨਾਂ 'ਚ ਇੱਕ ਨਾ ਵੱਧ ਸਕਦਾ ਹੈ ਨਾ ਘਟ ਸਕਦਾ ਹੈ। ਅਸੀਂ ਕਹਿ ਦਿੰਦੇ ਵੀ ਫਲਾਣਾ ਤਾਂ ਇਹ ਐਵੇਂ ਮਰ ਗਿਆ, ਇਹਦਾ ਸਮਾਂ ਨਹੀਂ ਸੀ ਆਇਆ ਅਜੇ, ਪਰ ਐਸਾ ਨਹੀਂ ਹੁੰਦਾ। ਕਾਲ ਅਕਾਲ ਖਸਮ ਕਾ ਕੀਆ, ਉਹ ਪਰਮਾਤਮਾ ਦੇ ਹੁਕਮ ਦੇ ਵਿੱਚ ਹੈ। ਅਕਾਲ ਮਿਰਤੂ ਕਹਿੰਦੇ ਹਾਂ ਵੀ ਜਵਾਨੀ ਵਿੱਚ ਜਾਂ ਬਚਪਨ ਵਿੱਚ ਕੋਈ ਚੜ੍ਹਾਈ ਕਰ ਜਾਏ ਵੀ ਇਹ ਤਾਂ ਅਕਾਲ ਮਿਰਤੂ ਹੋ ਗਈ। ਵੀ ਉਮਰ ਆਪਦੀ ਭੋਗ ਕੇ ਬਜ਼ੁਰਗ ਹੋ ਕੇ 60 ਸਾਲ ਤੋਂ ਬਾਅਦ ਜਿਹੜਾ ਚੜ੍ਹਾਈ ਕਰੇ, ਕਹਿੰਦੇ ਵੀ ਇਹ ਤਾਂ ਹੁਣ ਆਪਦੀ ਉਮਰ ਭੋਗ ਕੇ ਗਿਆ ਹੈ। ਜਿਹੜਾ 80-90 ਦਾ ਪਹੁੰਚ ਜਾਵੇ, 100 ਦੇ ਨੇੜੇ ਪਹੁੰਚ ਜਾਏ, ਕਹਿੰਦੇ ਨੇ ਤਾਂ ਆਪਦੀ ਪੂਰੀ ਉਮਰ ਰੱਜ ਕੇ ਭੋਗੀ ਹੈ। ਸੋ ਉਹਨੂੰ ਕਾਲ ਕਿਹਾ ਹੈ। ਅਕਾਲ ਹੁੰਦਾ ਹੈ ਵੀ ਅਜੇ ਉਮਰ ਇਹਦੀ ਥੋੜ੍ਹੀ ਸੀ, ਪਹਿਲਾਂ ਹੀ ਚਲੇ ਗਿਆ। ਸੋ ਇਸ ਤਰ੍ਹਾਂ ਇਹ ਉਮਰ ਵੀ ਲਿਖੀ ਹੁੰਦੀ ਹੈ ਵੀ ਕਿੰਨੀ ਉਮਰ ਇਸ ਨੇ ਭੋਗਣੀ ਹੈ। ਭੋਗ ਸੋ ਚੀਨ। ਫਿਰ ਭੋਗ ਦਾ ਮਤਲਬ ਹੈ ਵੀ ਕੀ ਇਹਨੂੰ ਸੁੱਖ ਮਿਲੇਗਾ, ਦੁੱਖ ਮਿਲੇਗਾ, ਮਾਣ ਮਿਲੇਗਾ, ਸਨਮਾਨ ਮਿਲੇਗਾ, ਕਿਹੜੀ ਪਦਵੀ ਮਿਲੇਗੀ, ਕਿੱਥੇ ਇਹਦਾ ਨਿਰਾਦਰ ਹੋਏਗਾ, ਅਪਮਾਨ ਹੋਏਗਾ, ਕਿਹੜੇ ਇਹਦੇ ਮਿੱਤਰ ਹੋਣਗੇ, ਦੁਸ਼ਮਣ ਹੋਣਗੇ। ਉਹ ਸਾਰਾ ਕੁਝ ਜਿਹੜਾ ਹੈ ਉਹ ਫਿਰ ਇਸ ਨੂੰ ਪ੍ਰਾਪਤ ਹੁੰਦਾ ਹੈ। ਇਹ 3 ਹਨ ਪ੍ਰਾਰਬਧ ਕਰਮ ਦੇ ਵਿੱਚ। ਜਦੋਂ ਜਨਮ ਲੈਂਦਾ ਹੈ, ਜਾਤੀ, ਉਮਰ ਤੇ ਭੋਗ, ਇਹ ਜਾਣਨਾ ਕਰੋ। ਇਹ ਨਹੀਂ ਵੀ ਸਾਡੇ ਬੰਦਿਆਂ ਨੂੰ ਹੀ ਇੱਦਾਂ ਹੈ, ਮਾਤ ਲੋਕ ਦੇ ਮਨੁੱਖਾਂ ਨੂੰ ਹੀ ਐਸਾ ਨਹੀਂ। ਦੇਵਤਿਆਂ ਵਾਸਤੇ ਵੀ ਇਹੀ ਨਿਯਮ ਹੈ। ਉਹਨਾਂ ਦਾ ਭਾਵੇਂ ਸਾਡੇ ਵਰਗਾ 5 ਤੱਤਾਂ ਦਾ ਸਰੀਰ ਨਹੀਂ, ਪਰ ਉਹਨਾਂ ਵਾਸਤੇ ਵੀ ਇਹੀ ਹੈ। ਹੁਣ ਇੱਕ ਇੰਦਰ ਬਾਦਸ਼ਾਹ ਹੈ ਸਵਰਗ ਦਾ, ਉਹਦੇ ਚੰਗੇ ਉੱਤਮ ਕਰਮ ਹਨ। ਇੱਕ ਥੱਲੇ ਉਹਦੇ ਨੌਕਰ ਚਾਕਰ ਹਨ, ਕੋਈ ਤਬਲਾ ਵਜਾਉਣ ਵਾਲੇ, ਕੋਈ ਨ੍ਰਿਤਕਾਰੀ ਕਰਨ ਵਾਲੀਆਂ ਪਰੀਆਂ, ਕੋਈ ਰਾਗੀ, ਕੋਈ ਹੋਰ ਪਹਿਰੇਦਾਰ, ਸਭ ਆਪੋ ਆਪਣੇ ਕਰਮਾਂ ਅਨੁਸਾਰ ਹਨ ਸਾਰੇ ਸਵਰਗ ਦੇ ਵਿੱਚ। ਪਰ ਦੇਵਤਿਆਂ ਦਾ ਵੀ ਇਸੇ ਤਰ੍ਹਾਂ ਹੀ ਹੈ, ਸਾਡਾ ਮਨੁੱਖਾਂ ਦਾ ਹੀ ਨਹੀਂ ਹੈ। ਚਰ ਅਚਰ
ਫਿਰ ਜਿਹੜੇ ਹੁਣ ਦਰਖਤ ਹਨ, ਚੱਲਣ ਫਿਰਨ ਵਾਲੇ ਨਹੀਂ। ਹੁਣ ਕਈ ਦਰਖਤਾਂ ਦੀ ਪੂਜਾ ਹੁੰਦੀ ਹੈ, ਕਈਆਂ ਦਾ ਸਤਿਕਾਰ ਹੁੰਦਾ ਹੈ, ਕਈਆਂ ਦਾ ਅਪਮਾਨ ਹੁੰਦਾ ਹੈ। ਕਈ ਦਰਖਤ ਲਾਏ ਜਾਂਦੇ, ਉਹਨਾਂ ਦੀ ਸੇਵਾ ਸੰਭਾਲ ਹੁੰਦੀ ਹੈ, ਕਈਆਂ ਨੂੰ ਵੱਢ ਕੇ ਲੱਕੜਾਂ ਬਾਲ ਲਈਆਂ ਜਾਂਦੀਆਂ ਹਨ ਤਾਂ ਉਹ ਵੀ ਦਰਖਤ ਹੀ। ਇਸੇ ਤਰ੍ਹਾਂ ਹੀ ਹੁਣ ਜੂਨੀਆਂ ਦੇਖ ਲਓ ਵੀ ਇੱਕ ਤਾਂ ਕੁੱਤੇ ਅਵਾਰਾ ਤੁਰੇ ਫਿਰਦੇ ਹਨ, ਉਹਨਾਂ ਨੂੰ ਖਾਣ ਨੂੰ ਰੋਟੀ ਨਹੀਂ ਮਿਲਦੀ, ਵਿਚਾਰੇ ਕਿਤੇ ਜ਼ਖਮੀ ਹੋ ਗਏ, ਕੁੱਤੇ ਨੇ ਦੂਜੇ ਨੇ ਵੱਢ ਲਿਆ, ਰੁਲਦੇ ਫਿਰਦੇ ਹਨ। ਇੱਕ ਉਹ ਵੀ ਕੁੱਤੇ ਹਨ ਜਿਨ੍ਹਾਂ ਦੇ ਉੱਤੇ ਨੌਕਰ ਰੱਖੇ ਹੋਏ ਹਨ, ਤੇ ਕਿਤੇ ਜਾਣਾ ਹੋਵੇ ਤਾਂ ਕਾਰ 'ਚ ਬਹਿ ਕੇ ਜਾਂਦੇ ਹਨ ਕੁੱਤੇ, ਹੈ ਤਾਂ ਕੁੱਤਾ ਹੀ। ਪਰ ਇਹ ਕਰਮਾਂ ਦਾ ਫਲ ਸਾਰਿਆਂ ਨੂੰ ਮਿਲਦਾ ਹੈ। ਕਿਸੇ ਵੀ ਜੂਨ ਵਿੱਚ, ਭਾਵੇਂ ਉਹ ਦਰਖਤ ਹੈ, ਬਨਸਪਤੀ ਹੈ, ਭਾਵੇਂ ਉਹ ਤੁਰਨ ਫਿਰਨ ਵਾਲੇ ਕੀੜੀ ਤੋਂ ਲੈ ਕੇ ਹਾਥੀ ਤੱਕ, ਸਾਰਿਆਂ ਨੂੰ, ਦੇਵਤਿਆਂ ਤੱਕ, ਇਹ ਸਾਰਿਆਂ ਨੂੰ ਮਿਲਦਾ ਹੈ। ਉੱਤਮ ਮੱਧਮ ਅਰਥਮ ਅਛੇ। ਸੋ ਉੱਤਮ ਮੱਧਮ, ਊਚ ਨੀਚ ਤੇ ਵਿਚਾਲਾ ਜਿਹਾ ਮੇਲ, ਇਹ ਚੰਗਾ ਤੇ ਮਾੜਾ, ਇਹ ਜੋ ਸਾਰਾ ਕੁਝ ਹੈ, ਇਸੇ ਤਰ੍ਹਾਂ ਇੱਕ ਰਸ ਸਭ ਨੂੰ ਮਿਲਦਾ ਹੈ। ਸਭ ਕੇ ਵਿਖੇ ਹੋਤ ਹੈ ਨਾਨਾ। ਸੋ ਸਾਰਿਆਂ ਦੇ ਵਿੱਚ ਨਾਨਾਪਨ, ਵੱਖਰਾਪਨ ਹੁੰਦਾ ਹੈ, ਕਿਸਮਾਂ ਹੁੰਦੀਆਂ ਹਨ, ਜਾਤ ਦੀਆਂ ਵੀ ਕਿਸਮਾਂ ਹਨ। ਹੁਣ 4 ਤਰ੍ਹਾਂ ਦੀਆਂ ਜਾਤਾਂ ਮੰਨੀਆਂ ਹਨ, ਬ੍ਰਾਹਮਣ, ਖੱਤਰੀ, ਵੈਸ਼ ਤੇ ਸ਼ੂਦਰ। ਤੇ ਇਹਦੇ ਹਿਸਾਬ ਦੇ ਨਾਲ ਵੀ ਤਰ੍ਹਾਂ ਉਹਦੇ ਵਿੱਚ ਵੀ ਅੱਗੇ ਫਿਰ ਜਾਤਾਂ ਹੁੰਦੀਆਂ ਹਨ। ਇਹ ਸਾਰਾ ਸਿਸਟਮ ਇਸ ਤਰ੍ਹਾਂ ਦਾ ਹੈ, ਨਾਨਾ ਪ੍ਰਕਾਰ ਦਾ ਹੈ। ਇਹ ਜਾਨ ਫਲ ਜਾਤ ਬਖਾਨਾ। ਇਹ ਜਾਤ ਦਾ ਫਲ ਹੈ। ਉੱਚੀ ਨੀਵੀਂ ਜਾਤ ਵਿੱਚ ਪੈਦਾ ਹੋਣਾ, ਉੱਚੇ ਨੀਵੇਂ ਘਰ ਵਿੱਚ ਪੈਦਾ ਹੋਣਾ, ਇਹ ਜਾਤ ਜੋ ਪਹਿਲਾਂ ਦੱਸਿਆ ਹੈ, ਪ੍ਰਾਰਬਧ ਦਾ ਫਲ। ਫਿਰ ਜਿਹੜਾ ਸਾਡਾ ਜੀਵਨ, ਜ਼ਿੰਦਗੀ ਹੈ, ਅਸੀਂ ਤਾਂ ਕਹਿੰਦੇ ਵੀ ਇੰਨੇ ਸਾਲ ਦੀ ਇਹਦੀ ਉਮਰ ਹੈ, ਤੇ ਸਤਿਗੁਰੂ ਜੀ ਕਹਿੰਦੇ ਵੀ ਨਹੀਂ, ਇਹ ਸਵਾਸਾਂ ਦੇ ਹਿਸਾਬ ਨਾਲ ਜੀਵ ਦੀ ਉਮਰ ਹੈ, ਸਵਾਸ ਗਿਣਤੀ ਕਰਕੇ ਪਾਏ ਹੋਏ ਹਨ। ਦੂਜਾ ਇਹ ਵੀ ਹੈ, ਜਿਵੇਂ ਅਸੀਂ ਇੱਕ ਅੱਖ ਇੱਕ ਵਾਰੀ ਝਮਕਦੇ ਹਾਂ, ਇੱਕ ਅੱਖ ਦੇ ਝਮਕਣ ਨੂੰ ਅਸੀਂ ਇੱਕ ਨਿਮਖ ਕਹਿੰਦੇ ਹਾਂ। 15 ਵਾਰੀ ਅੱਖ ਜੇ ਝਮਕੀਏ, ਇੱਕ ਵਿਸ਼ਾ ਬਣ ਜਾਂਦਾ ਹੈ। 15 ਵਿਸ਼ਿਆਂ ਦਾ ਇੱਕ ਚਸ਼ਾ ਬਣ ਜਾਂਦਾ ਹੈ। 15 ਚਸ਼ਿਆਂ ਦਾ ਇੱਕ ਪਲ ਬਣ ਗਿਆ। 60 ਪਲ ਦੀ ਇੱਕ ਘੜੀ ਬਣ ਗਈ। ਇੱਕ ਘੜੀ ਵਿੱਚ 23.5 ਮਿੰਟ ਹੁੰਦੇ ਹਨ ਅੰਗਰੇਜ਼ੀ ਹਿਸਾਬ ਦੇ ਨਾਲ। ਇਸ ਤਰ੍ਹਾਂ ਸਮਾਂ ਵੱਜ ਗਿਆ। ਫਿਰ 7.5 ਘੜੀਆਂ ਦਾ ਪਹਿਰ ਹੋ ਗਿਆ। ਇਸੇ ਤਰ੍ਹਾਂ ਫਿਰ ਦਿਨ ਤੇ ਰਾਤ ਹੋ ਗਏ। 8 ਜਾਮ 64 ਘੜੀ ਤੋ ਨਿਰਖਤ ਰਹਿ ਜੀਓ। 8 ਪਹਿਰਾਂ ਵਿੱਚ 64 ਘੜੀਆਂ ਹੁੰਦੀਆਂ ਹਨ, ਗੁਰਬਾਣੀ ਦਾ ਫਰਮਾਨ ਹੈ। ਇਸ ਤਰ੍ਹਾਂ ਫਿਰ ਇੱਕ ਨਿਮਖ ਤੋਂ ਅੱਖ ਦੇ ਫਰਕਣ ਦੇ ਸਮੇਂ ਤੋਂ ਲੈ ਕੇ ਇਸ ਤਰ੍ਹਾਂ ਸਾਰਾ ਸਮਾਂ ਵੱਜ ਗਿਆ। ਦੂਜਾ ਹੈ ਵੀ ਸਵਾਸਾਂ ਦੀ ਗਿਣਤੀ ਦੇ ਹਿਸਾਬ ਦੇ ਨਾਲ ਉਮਰ ਬਣਦੀ ਹੈ। ਇਹ ਉਮਰ ਦਾ ਫਲ ਜਾਣੋ, ਜੋ ਸਾਡੀ ਉਮਰ ਨਿਸ਼ਚਿਤ ਹੋਈ ਹੈ ਵੀ ਇੰਨਾ ਚਿਰ ਇਹਨੇ ਜਿੰਦਾ ਰਹਿਣਾ ਹੈ, ਉਹਦਾ ਫਲ ਇਹ ਹੈ। ਸੋ ਸੁੱਖ ਤੇ ਦੁੱਖ ਦਾ ਜੋ ਮਹਿਸੂਸ ਕਰਨਾ ਹੈ, ਇਹਦਾ ਅਨੁਭਵ ਕਰਨਾ ਹੈ, ਜਿਹੜਾ ਕਿਉਂ ਦੱਸ ਰਹੇ ਹਨ। ਫਿਰ ਵਡਿਆਈ ਜਾਂ ਛੁਟਾਈ ਜਾਂ ਸੁੰਦਰਤਾਈ ਜਾਂ ਕੋਝਾਪਨ ਜਾਂ ਫਿਰ ਵਿਚਾਰਲਾ ਜਿਹਾ ਮੇਲ, ਮੱਧਮ ਵਿਚਾਰਲਾ ਜਿਹਾ ਮੇਲ, ਇਉਂ ਜਾਣਨਾ ਕਰੋ। ਇਸ ਕੋ ਨਾਮ ਭੋਗ ਬੁੱਧ ਕਹੈ। ਸੋ ਇਸ ਨੂੰ ਸਿਆਣੇ ਭੋਗ ਕਹਿੰਦੇ ਹਨ, ਜੋ ਅਸੀਂ ਕਰਮਾਂ ਦਾ ਫਲ ਭੋਗਦੇ ਹਾਂ। 14 ਲੋਕ ਵਿਖੇ ਜਨ ਲਹੈ।
14 ਲੋਕਾਂ ਵਿੱਚ ਜੋ ਵੀ ਹਨ, ਭਾਵੇਂ ਉਹ ਬ੍ਰਹਮਾ ਵਿਸ਼ਨ ਮਹੇਸ਼ ਹਨ, ਭਾਵੇਂ ਉਹ ਇੰਦਰ ਹੈ, ਭਾਵੇਂ ਕੋਈ ਦੇਵਤੇ ਹਨ, ਸੋ ਸਾਰਿਆਂ ਨੂੰ 14 ਲੋਕਾਂ ਦੇ ਵਿੱਚ ਇਹ ਪ੍ਰਾਰਬਧ ਕਰਮਾਂ ਦਾ ਫਲ ਭੋਗਣਾ ਪੈਂਦਾ ਹੈ। ਦੁਆਜੇ ਕਰਮ ਸੰਚਤ ਕਿਰਬਾਨ। ਹੁਣ ਦੋ ਜਿਹੜੇ ਸਾਡੇ ਕਰਮ ਹਨ, ਇੱਕ ਤਾਂ ਜਮ੍ਹਾਂ ਕੀਤੇ ਹੋਏ, ਇੱਕ ਅਸੀਂ ਜੋ ਕਰ ਰਹੇ ਹਾਂ। ਆਤਮ ਗਿਆਨੀ ਕੇ ਹੋਏ ਹਾਨ। ਕਿ ਜਦੋਂ ਬ੍ਰਹਮ ਗਿਆਨ ਪ੍ਰਾਪਤ ਹੋ ਜਾਏ ਉਦੋਂ ਫਿਰ ਇਹ ਕਰਮ ਖਤਮ ਹੋ ਜਾਂਦੇ ਹਨ, ਉਹ ਅੱਗੇ ਪ੍ਰਮਾਣ ਦੇਣਗੇ। ਜਿਮਦਰ ਕਸਮੈ ਸਰ ਤੁ ਮਿਟਾਏ। ਜਿਸ ਤਰ੍ਹਾਂ ਤੀਰਾਂ ਦਾ ਪੱਥਾ ਹੈ, ਉਹਦੇ ਵਿੱਚ ਰੱਖੇ ਹੋਏ ਤੀਰ ਅਸੀਂ ਚਲਾਈਏ ਨਾ ਚਲਾਈਏ ਇਹ ਸਾਡੀ ਮਰਜ਼ੀ ਹੈ। ਜੇ ਅਸੀਂ ਉਹ ਧਨੁਖ ਦੇ ਚਿੱਲੇ ਤੇ ਜੋੜ ਲਿਆ ਚਲਾਉਣ ਵਾਸਤੇ, ਉਹ ਵੀ ਸਾਡੇ ਕੰਟਰੋਲ ਵਿੱਚ ਹੈ। ਅਸੀਂ ਉਹਨੂੰ ਧਨੁਖ ਤੋਂ ਲਾ ਕੇ ਫਿਰ ਭੱਥੇ 'ਚ ਰੱਖ ਲਈਏ ਜਾਂ ਲਾ ਕੇ ਧਨੁਖ ਤੋਂ ਪਾਸੇ ਰੱਖ ਦਈਏ, ਨਾ ਚਲਾਈਏ, ਉਹ ਵੀ ਸਾਡੀ ਮਰਜ਼ੀ ਹੈ। ਪ੍ਰਾਰਬਧ ਕਰਮ ਇਹ ਹੈ ਜਿਹੜਾ ਤੀਰ ਚੱਲ ਗਿਆ। ਹੁਣ ਚੱਲੇ ਹੋਏ ਤੀਰ ਨੂੰ ਕੋਈ ਰੋਕ ਨਹੀਂ ਸਕਦਾ, ਉਹ ਆਪਦੀ ਤਾਕਤ ਖਤਮ ਕਰਕੇ ਹੀ ਡਿੱਗੇਗਾ। ਇਹ ਫਿਰ ਇੱਕੋ ਜਿਹਾ ਫਲ ਭੋਗਣਾ ਪੈਂਦਾ ਹੈ, ਬ੍ਰਹਮ ਗਿਆਨੀ ਨੂੰ ਵੀ, ਗਿਆਨੀ ਨੂੰ ਵੀ ਤੇ ਅਗਿਆਨੀ ਨੂੰ ਵੀ। ਪ੍ਰਾਰਬਧ ਕਰਮਾਂ ਦਾ ਫਲ ਦੋਹਾਂ ਨੂੰ ਭੋਗਣਾ ਪੈਂਦਾ ਹੈ। ਕਈ ਵਾਰ ਆਪਾਂ ਕਹਿ ਦਿੰਦੇ ਵੀ ਇਹ ਤਾਂ ਵੱਡਾ ਮਹਾਂਪੁਰਸ਼ ਹੈ ਬ੍ਰਹਮ ਗਿਆਨੀ, ਇਹਨੂੰ ਇੰਨੀਆਂ ਬਿਮਾਰੀਆਂ ਕਿਉਂ ਲੱਗੀਆਂ ਹਨ, ਇਹਨੂੰ ਰੋਗ ਕਿਉਂ ਹਨ? ਪਰ ਉਹਦੇ ਪ੍ਰਾਰਬਧ ਕਰਮਾਂ ਵਿੱਚ ਜੋ ਆ ਗਿਆ, ਜਿਹਦੇ ਨਾਲ ਉਹ ਸਰੀਰ ਬਣਿਆ, ਉਹ ਇੱਕ ਵੱਖਰੀ ਚੀਜ਼ ਹੈ। ਪਰ ਉਹ ਪ੍ਰਾਰਬਧ ਕਰਮਾਂ ਵਿੱਚ ਆ ਗਿਆ ਤੇ ਪ੍ਰਾਰਬਧ ਕਰਮ ਜੋ ਹਨ ਉਹ ਦੋਹਾਂ ਨੂੰ ਇੱਕੋ ਜਿਹੇ ਭੋਗਣੇ ਪੈਂਦੇ ਹਨ। ਤੇ ਗੁਰਮਤਿ ਦਾ ਇਹ ਵੀ ਸਿਧਾਂਤ ਹੈ ਵੀ ਬ੍ਰਹਮ ਗਿਆਨੀ ਪ੍ਰਾਰਬਧ ਕਰਮਾਂ ਨੂੰ ਵੀ ਮਿਟਾ ਸਕਦਾ ਹੈ, ਪਰ ਉਹ ਮਿਟਾਉਂਦਾ ਨਹੀਂ। ਜੇ ਮਿਟਾਵੇ ਤਾਂ ਫਿਰ ਪ੍ਰਭੂ ਦੀ ਰਜ਼ਾ ਮੰਨਣ ਵਿੱਚ ਫਰਕ ਪਏਗਾ। ਜੇ ਉਹਦੀ ਰਜ਼ਾ ਮੰਨਣ 'ਚ ਫਰਕ ਪੈ ਗਿਆ ਫਿਰ ਗੱਲ ਬਣਨੀ ਨਹੀਂ, ਪਰਮਾਤਮਾ ਦੀ ਖੁਸ਼ੀ ਨਹੀਂ ਮਿਲਣੀ। ਫਿਰ ਉਹਦੀ ਖੁਸ਼ੀ ਨਾ ਮਿਲੀ ਫਿਰ ਬ੍ਰਹਮ ਗਿਆਨ ਦਾ ਕੀ ਫਾਇਦਾ ਹੋਇਆ? ਉਹਦੇ ਵਿੱਚ ਅਭੇਦਤਾ ਵਾਸਤੇ, ਉਹਦੀ ਪ੍ਰਸੰਨਤਾ ਵਾਸਤੇ ਸਾਰਾ ਕੁਝ ਹੈ, ਉਹਦੀ ਪ੍ਰਾਪਤੀ ਵਾਸਤੇ। ਇਸ ਕਰਕੇ ਬ੍ਰਹਮ ਗਿਆਨੀ ਵੀ ਪ੍ਰਾਰਬਧ ਕਰਮਾਂ ਦਾ ਫਲ ਭੋਗਦੇ ਹਨ, ਉਹਨਾਂ ਨੂੰ ਵੀ ਭੋਗਣਾ ਪੈਂਦਾ। ਗਿਆਨੀ ਨੂੰ ਤਾਂ ਭੋਗਣਾ ਪੈਂਦਾ ਹੀ ਹੈ। ਪ੍ਰਾਰਬਧ ਫਲ ਦੇ ਸਮ ਦੋਏ। ਸੋ ਪ੍ਰਾਰਬਧ ਫਲ ਕੇ ਸਮ ਦੋਏ, ਦੋਹਾਂ ਨੂੰ ਇੱਕੋ ਜਿਹਾ ਫਲ ਭੋਗਣਾ ਪਵੇਗਾ। ਸੰਜਤ ਗਿਆਨ ਪ੍ਰਭਾਵ ਸੋ ਗਿਆਨੀ, ਗਿਆਨੀ ਕਰਹਿ ਵਿਨਾਸ਼। ਜਿਹੜੇ ਜਮਾ ਹਨ ਕਰਮ, ਉਹ ਬ੍ਰਹਮ ਗਿਆਨ ਦੇ ਪ੍ਰਭਾਵ ਦੇ ਨਾਲ ਬ੍ਰਹਮ ਗਿਆਨੀ ਦੇ ਨਸ਼ਟ ਹੋ ਜਾਂਦੇ ਹਨ। ਜਿਮ ਅਨਾਜ ਬੰਦਰ ਸਹਿਜ ਦਾਹੈ ਅਗਨ ਪ੍ਰਕਾਸ਼। ਹੁਣ ਕਿਸੇ ਘਰ ਵਿੱਚ ਅਨਾਜ ਰੱਖਿਆ ਹੋਇਆ ਹੈ ਤੇ ਉਹ ਘਰ ਨੂੰ ਕੋਈ ਅੱਗ ਲਾ ਦੇਵੇ ਤੇ ਘਰ ਵੀ ਸੜ ਜਾਏਗਾ, ਅਨਾਜ ਵੀ ਸੜ ਜਾਏਗਾ। ਦੋਹੇ ਚੀਜ਼ਾਂ ਖਤਮ ਹੋ ਜਾਂਦੀਆਂ ਹਨ। ਜਿਵੇਂ ਸਮਝਣ ਵਾਸਤੇ ਅੰਦਰ ਸਹਿਜ ਅਨਾਜ ਕੇ ਜਬ ਭਾਜਨ ਕੈ ਛਾਰ। ਸੋ ਮੰਦਰ ਦੇ ਸਮੇਤ ਅਨਾਜ ਜਦੋਂ ਸੜ ਕੇ ਸੁਆਹ ਹੋ ਗਿਆ, ਅੰਕੁਰ ਗੁਣ ਸਮਰਾਟ ਗੁਣ ਜਾਨੋ ਤਿਥੀ ਪ੍ਰਕਾਰ। ਹੁਣ ਜਿਹੜਾ ਅਨਾਜ ਸੜ ਗਿਆ ਉਹ ਉੱਗਦਾ ਨਹੀਂ ਮੁੜ ਕੇ। ਜਾਂ ਇਉਂ ਕਹਿ ਲਓ ਜਿਹੜਾ ਦਾਣਾ ਭੁੱਜਿਆ ਹੋਇਆ ਹੈ, ਹੁਣ ਭੁੱਜੇ ਹੋਏ ਦਾਣੇ ਨੂੰ ਤੁਸੀਂ ਬੀਜੋ ਕਦੀ ਨਹੀਂ ਉੱਗੇਗਾ, ਪਰ ਉਹ ਭੁੱਖ ਜ਼ਰੂਰ ਮਿਟਾ ਸਕਦਾ ਹੈ। ਤੇ ਭੁੱਖ ਮਿਟਾਉਣ ਵਾਸਤੇ ਤਾਂ ਸਾਨੂੰ ਫਿਰ ਅੰਨ ਨੂੰ ਪਕਾਉਣਾ ਹੀ ਪਵੇਗਾ, ਬਿਨਾਂ ਪਕਾਇਆ ਭੁੱਖ ਮਿਟਦੀ ਨਹੀਂ। ਕਈ ਕੱਚਿਆਂ ਨਾਲ ਵੀ ਮਿਟ ਜਾਂਦੀ ਹੈ, ਪਰ ਉਹ ਵਿਚਾਰ। ਸੋ ਇੱਥੇ ਕਹਿਣ ਤੋਂ ਭਾਵ ਇਹੀ ਸਮਝੋ ਆਪਾਂ ਵੀ ਜਿਸ ਤਰ੍ਹਾਂ ਜਿਹੜਾ ਦਾਣਾ ਸੜ ਗਿਆ ਉਹ ਉੱਗਦਾ ਨਹੀਂ ਹੈ। ਚੌਪਈ
ਸੰਚਿਤ ਕਰਮ ਤੋ ਅੰਤਹਿ ਕਰਣ। ਹੁਣ ਘਰ ਕਿਹੜਾ ਹੈ ਜਿਹਦੇ 'ਚ ਅਨਾਜ ਰੱਖਿਆ ਹੋਇਆ ਹੈ? ਉਹ ਕਰਮਾਂ ਰੂਪੀ ਅਨਾਜ ਸਾਡੇ ਅੰਤਹਿਕਰਨ ਵਿੱਚ ਰੱਖਿਆ ਹੈ। ਗਿਆਨ ਅਗਨ ਤੇ ਕਰੈ ਪ੍ਰਹਰਣ। ਸੋ ਬ੍ਰਹਮ ਗਿਆਨ ਦੀ ਅਗਨੀ ਦੇ ਨਾਲ ਅਸੀਂ ਉਹਨੂੰ ਨਾਸ਼ ਕਰ ਸਕਦੇ ਹਾਂ। ਹੋਰ ਜਨਮ ਦਾਇਕ ਨ ਹੋਏ। ਤੇ ਜਦੋਂ ਸੰਚਿਤ ਕਰਮ ਹੀ ਖਤਮ ਹੋ ਗਏ, ਜਿੰਨੇ ਜਮਾ ਸਨ ਕਰਮ ਉਹ ਸਾਰੇ ਹੀ ਖਤਮ ਹੋ ਗਏ। ਜਦੋਂ ਗਿਆਨ ਹੈ ਕਾਰਨ ਕਰਮ ਅਭਿਆਸ, ਗਿਆਨ ਭਇਆ ਤੇ ਕਰਮ ਹੈ ਨਾਸ। ਸੋ ਜਦੋਂ ਗਿਆਨ ਹੋ ਜਾਂਦਾ ਹੈ ਉਦੋਂ ਫਿਰ ਸਾਰੇ ਕਰਮਾਂ ਦਾ ਨਾਸ ਹੋ ਜਾਂਦਾ ਹੈ। ਤੇ ਜਦੋਂ ਕਰਮ ਹੀ ਨਹੀਂ ਰਹੇ ਤੇ ਉਹਦਾ ਫਿਰ ਫਲ ਕੀ ਮਿਲੇਗਾ? ਇਉਂ ਬ੍ਰਹਮ ਗਿਆਨੀ ਵਾਸਤੇ ਹੈ, ਜਦੋਂ ਬ੍ਰਹਮ ਗਿਆਨ ਹੋ ਜਾਏ ਉਦੋਂ ਫਿਰ ਜਮ੍ਹਾਂ ਕੀਤੇ ਹੋਏ ਸਾਰੇ ਕਰਮ ਉਹਦੇ ਨਸ਼ਟ ਹੋ ਜਾਂਦੇ ਹਨ। ਜੜੇ ਅਨਾਜ ਅੰਕੁਰ ਨ ਹੋਏ। ਫਿਰ ਦੁਬਾਰਾ ਬ੍ਰਹਮ ਗਿਆਨੀ ਦਾ ਜਨਮ ਨਹੀਂ ਹੁੰਦਾ। ਬ੍ਰਹਮ ਗਿਆਨ ਦਾ ਇਹੀ ਫਲ ਹੈ ਵੀ ਦੁਬਾਰਾ ਉਹਦਾ ਜਨਮ ਨਹੀਂ ਹੁੰਦਾ। ਜਿਸ ਤਰ੍ਹਾਂ ਸੜੇ ਹੋਏ ਅਨਾਜ ਦੇ ਅੰਕੁਰ ਨਹੀਂ ਹੁੰਦੇ, ਉਗਦਾ ਨਹੀਂ। ਅੰਤਹਿਕਰਨ ਨਾਸ ਇਕ ਭਾਂਤ। ਇਸ ਤਰ੍ਹਾਂ ਫਿਰ ਅੰਤਹਿਕਰਨ ਸਾਡਾ ਜਿਹੜਾ ਮਨ, ਬੁੱਧ, ਚਿੱਤ, ਹੰਕਾਰ, ਇਹ ਸਾਰਾ ਹੀ ਜਦੋਂ ਆਤਮ ਪ੍ਰਕਾਸ਼ ਹੋ ਜਾਏ ਫਿਰ ਇਹਦਾ ਨਾਸ ਹੋ ਜਾਂਦਾ ਹੈ। ਚਿਤ ਸਤ ਹੋਏ ਜਾਤ ਸਭ ਸ਼ਾਂਤ। ਜਦੋਂ ਚਿੱਤ ਸਾਡਾ ਸਤ ਸਰੂਪ ਹੋ ਜਾਵੇ ਉਦੋਂ ਫਿਰ ਸਾਰੇ ਕਰਮ ਸ਼ਾਂਤ ਖਤਮ ਹੋ ਜਾਂਦੇ ਹਨ। ਹੁਣ ਮਨ ਕੀ ਹੈ? ਫੁਰਨਿਆਂ ਦੇ ਇਕੱਠ ਦਾ ਨਾਂ ਹੀ ਮਨ ਹੈ। ਜਦੋਂ ਫੁਰਨੇ ਖਤਮ ਹੋ ਗਏ ਮਨ ਖਤਮ ਹੋ ਗਿਆ। ਅਬ ਮਨ ਉਲਟ ਸਨਾਤਨ ਹੁਆ, ਤਬ ਜਾਣਿਆ ਜਬ ਜੀਵਤ ਮੂਆ। ਇਸੇ ਤਰ੍ਹਾਂ ਫਿਰ ਚੇਤਾ ਸ਼ਕਤੀ ਚਿੱਤ ਹੈ, ਬੁੱਧੀ ਹੈ, ਮੈਂ ਪੁਣਾ ਹੈ, ਆਪਣਤ ਜਿਹੜੀ ਹੈ ਉਹ ਵੀ ਖਤਮ ਹੋ ਜਾਂਦੀ ਹੈ। ਤੂੰ ਕਰਤਾ ਤੂੰ ਹੁਆ, ਮੁਝ ਮੈਂ ਰਹਾ ਨਾ ਹੂੰ। ਜਬ ਆਪਾ ਪਰ ਕਾ ਮਿਟ ਗਿਆ, ਜਦ ਪੇਖੋਂ ਤਤ ਤੂੰ। ਇਸ ਤਰ੍ਹਾਂ ਫਿਰ ਉਹ ਅੰਤਹਿਕਰਨ ਜਿਹੜਾ ਹੈ ਆਤਮ ਪ੍ਰਕਾਸ਼ ਹੋਣ ਦੇ ਨਾਲ, ਸਤ ਸਰੂਪ ਹੋਣ ਦੇ ਨਾਲ ਉਹ ਵੀ ਸ਼ਾਂਤ ਹੋ ਜਾਂਦਾ ਹੈ, ਟਿਕ ਜਾਂਦਾ ਹੈ। ਫਿਰ ਮਨ ਫੁਰਨੇ ਨਹੀਂ ਉਠਾਉਂਦਾ। ਬੁੱਧੀ ਜਿਹੜੀ ਹੈ ਫਿਰ ਉਹਨਾਂ ਦੀ ਗਲਤ ਜੱਜਮੈਂਟ ਨਹੀਂ ਦਿੰਦੀ। ਜਦੋਂ ਉਠਾਇਆ ਹੀ ਨਹੀਂ ਫੁਰਨਾ ਕੋਈ ਮਾੜਾ ਮਨ ਨੇ, ਮਨ ਟਿਕ ਕੇ ਆਤਮ ਚਿੰਤਨ ਵਿੱਚ ਲੀਨ ਹੋ ਜਾਂਦਾ ਹੈ, ਟਿਕ ਜਾਂਦਾ ਹੈ। ਤੇ ਟਿਕੇ ਹੋਏ ਮਨ ਵਿੱਚ ਤਾਕਤ ਬੜੀ ਹੈ। ਹੁਣ ਜੇ ਸਾਡਾ ਮਨ ਕਿਤੇ ਟਿਕ ਜਾਵੇ, ਬਾਣੀ ਪੜ੍ਹਦਿਆਂ ਸਿਮਰਨ ਕਰਦਿਆਂ ਸਾਨੂੰ ਬੜੀ ਖੁਸ਼ੀ ਲੱਗਦੀ ਹੈ, ਬੜੀ ਪ੍ਰਸੰਨਤਾ ਮਿਲਦੀ ਹੈ। ਤੇ ਜੇ ਕਿਤੇ 10-15 ਮਿੰਟ ਪੂਰਾ ਟਿਕਾ ਮਿਲ ਜਾਏ ਅਭਿਆਸ ਕਰਦਿਆਂ ਜਾਂ ਬਾਣੀ ਪੜ੍ਹਦਿਆਂ, ਫਿਰ ਉੱਠ ਕੇ ਜਦੋਂ ਤੁਰਾਂਗੇ ਇਉਂ ਲੱਗੇਗਾ ਵੀ ਸਰੀਰ ਹੌਲਾ ਫੁੱਲ ਵਰਗਾ ਹੋ ਗਿਆ। ਮਨ ਦੇ ਟਿਕਾਅ ਵਿੱਚ ਬੜੀ ਤਾਕਤ ਹੈ। ਇਹੋ ਮਨ ਲੈ ਜੋ ਉਨਮਨ ਰਹੇ ਤਾਂ 3 ਲੋਕ ਕੀ ਬਾਤ ਹੈ ਕਹੇ। ਇੰਨੀ ਤਾਕਤ ਵੀ 3 ਲੋਕਾਂ ਦੀਆਂ ਗੱਲਾਂ ਫਿਰ ਦੱਸਣ ਲੱਗ ਜਾਂਦਾ ਹੈ ਵੀ ਕਿੱਥੇ ਕੀ ਹੋ ਰਿਹਾ ਹੈ। ਉਲਟ ਜਾਂਦਾ ਹੈ ਮਨ, ਸ਼ਾਂਤ ਹੋ ਜਾਂਦਾ ਹੈ, ਟਿਕ ਜਾਂਦਾ ਹੈ। ਇਸੇ ਤਰ੍ਹਾਂ ਬੁੱਧੀ ਵੀ ਬ੍ਰਹਮਾਕਾਰ ਬਿਰਤੀ ਹੋ ਜਾਂਦੀ ਹੈ। ਚਿੱਤ ਜਿਹੜਾ ਹੈ ਉਹ ਵੀ ਅਡੋਲ ਹੋ ਜਾਂਦਾ ਹੈ ਤੇ ਮੈਂ ਪੁਣਾ ਨਹੀਂ ਰਹਿੰਦਾ। ਫਿਰ ਉੱਥੇ ਤੂੰ ਹੀ ਰਹਿ ਜਾਂਦਾ ਹੈ, ਆਪਣਤ ਖਤਮ ਹੋ ਜਾਂਦੀ ਹੈ। ਇਸ ਤਰ੍ਹਾਂ ਅੰਤਹਿਕਰਨ ਜਿਹੜਾ ਹੈ ਉਹ ਸ਼ਾਂਤ ਹੋ ਜਾਂਦਾ ਹੈ। ਚਿਤ ਸਤ ਕੋ ਅਬ ਅਰਧ ਬਖਾਨੋ। ਭਾਈ ਦਇਆ ਸਿੰਘ ਜੀ ਕਹਿੰਦੇ ਵੀ ਹੁਣ ਇਹਦੀ ਹੋਰ ਤੁਹਾਨੂੰ ਅਸੀਂ ਵਿਆਖਿਆ ਦੱਸਦੇ ਹਾਂ। ਚਿੱਤ ਜਿਹੜਾ ਸ਼ਾਂਤ ਹੋ ਗਿਆ, ਸਤ ਸਰੂਪ ਵਿੱਚ ਹੋ ਗਿਆ, ਉਹ ਸੁਣੋ ਹੁਣ। ਅੰਤਹਿਕਰਨ ਰੂਪ ਅਸ ਜਾਣੋ। ਅੰਤਹਿਕਰਨ ਦਾ ਜੋ ਸਾਡਾ ਰੂਪ ਹੈ ਇਸ ਨੂੰ ਇਉਂ ਸਮਝੋ। ਇਸ ਤੇ ਦਰਦ ਅਕਮਕ ਵਿਖੈ। ਹੁਣ ਅੰਤਹਿਕਰਨ ਕਰਕੇ, ਮਨ ਕਰਕੇ ਹੀ ਅਸੀਂ ਵੇਖਦੇ ਕੁਝ ਹੋਰ ਹਾਂ, ਸਮਝਦੇ ਕੁਝ ਹੋਰ ਹਾਂ ਤੇ ਹੁੰਦਾ ਕੁਝ ਹੋਰ ਹੈ। ਇਹ ਮਨ ਕਰਕੇ ਹੈ ਵੀ ਸਹੀ ਚੀਜ਼ ਸਾਨੂੰ ਨਹੀਂ ਦਿਖਾਈ ਦਿੰਦੀ, ਸਹੀ ਚੀਜ਼ ਦਾ ਪਤਾ ਨਹੀਂ ਲੱਗਦਾ। ਆਤਮ ਬੁੱਧ ਅਨਾਤਮ ਵਿਖੈ।
ਹੁਣ ਜਿਹੜੀ ਚੀਜ਼ ਨਹੀਂ ਰਹਿਣ ਵਾਲੀ ਅਸੀਂ ਸਮਝਦੇ ਹਾਂ ਵੀ ਇਹ ਸਦਾ ਰਹਿਣ ਵਾਲੀ ਹੈ, ਤੇ ਜਿਹੜੀ ਸਦਾ ਰਹਿਣ ਵਾਲੀ ਸਮਝਦੇ ਵੀ ਇਹਦਾ ਕੀ ਹੈ। ਕਿਉਂ? ਇਹ ਮਨ ਦਾ ਸੁਭਾਅ, ਅੰਤःਕਰਣ ਦਾ ਸੁਭਾਅ ਹੈ ਵੀ ਹੋਰ ਦਾ ਹੋਰ ਕਰਕੇ ਦਿਖਾ ਦੇਣਾ। ਅੱਗੇ ਜਾ ਕੇ ਜਦੋਂ ਇਹ ਅਵਸਥਾ ਆਉਂਦੀ, ਹੁਣ ਤਾਂ ਵੱਖਰੇ ਵੱਖਰੇ ਹਨ ਸਾਰੇ, ਮਨ ਹੈ, ਬੁੱਧੀ ਹੈ, ਚਿੱਤ ਹੈ, ਹੰਕਾਰ ਹੈ, ਅਵਿਦਿਆ ਹੈ, ਮਾਇਆ ਹੈ, ਅਗਿਆਨ ਹੈ, ਇਹ ਸਾਰੇ ਵੱਖਰੇ ਵੱਖਰੇ ਲੱਗ ਰਹੇ ਹਨ। ਪਰ ਅਖੀਰ ਵਿੱਚ ਜਾ ਕੇ ਜਦੋਂ ਅਭਿਆਸ ਕਰਦੇ ਹਾਂ ਫਿਰ ਲੱਗਦਾ ਵੀ ਸਾਰੇ ਇੱਕੋ ਹੀ ਹਨ, ਇੱਕ ਦੇ ਹੀ ਵੱਖਰੇ ਵੱਖਰੇ ਪਾਰਟ ਬਣ ਗਏ। ਜਿਸ ਤਰ੍ਹਾਂ ਵੀ ਇੱਕ ਗੰਨੇ ਦੇ ਰਸ ਤੋਂ ਮਿਠਾਸ ਕੁਦਰਤੀ ਹੈ ਗੰਨੇ ਦੇ ਰਸ ਵਿੱਚ, ਗੰਨੇ ਵਿੱਚ, ਉਹ ਅਸੀਂ ਭਾਵੇਂ ਉੱਦਾਂ ਉਹਨੂੰ ਰਸ ਪੀ ਲਈਏ, ਭਾਵੇਂ ਉਸ ਨੂੰ ਅਸੀਂ ਗਰਮ ਕਰਕੇ ਉਹਦਾ ਗੁੜ ਬਣਾ ਲਈਏ, ਸ਼ੱਕਰ ਬਣਾ ਲਈਏ, ਹੋਰ ਉਹਨੂੰ ਸਾਫ਼ ਕਰਕੇ ਉਹਦੀ ਖੰਡ ਬਣਾ ਲਈਏ, ਉਹਦਾ ਰੂਪ ਪਰ ਮੁੱਢ ਤਾਂ ਉਹਦਾ ਜਿਹੜਾ ਹੈ ਉਹ ਮਿੱਠਾ ਹੀ ਹੈ। ਤਰ੍ਹਾਂ ਤਰ੍ਹਾਂ ਦੀਆਂ ਮਿਠਾਈਆਂ, ਰੰਗ ਬਿਰੰਗੀਆਂ, ਵੱਖਰੇ ਵੱਖਰੇ ਉਹਨਾਂ ਦੇ ਸਵਾਦ, ਹੈ ਤਾਂ ਮਿੱਠਾ ਹੀ ਮੁੱਖ, ਪਰ ਬਣਾਉਣ ਦਾ ਤਰੀਕਾ ਹੈ। ਕੋਈ ਖੋਏ ਵਾਲੀ ਮਠਿਆਈ ਹੈ, ਕੋਈ ਫਲ ਵਾਲੀ ਮਠਿਆਈ ਹੈ, ਕੋਈ ਫਰੂਟ ਵਾਲੀ ਮਠਿਆਈ ਹੈ ਤਾਂ ਉਹਦੇ 'ਚ ਮਿੱਠਾ ਹੀ, ਉਹਦਾ ਰੂਪ ਵੱਖਰਾ ਵੱਖਰਾ ਹੋ ਜਾਂਦਾ ਹੈ। ਇਸੇ ਤਰ੍ਹਾਂ ਹੀ ਇਹ ਗੱਲ ਤੁਸੀਂ ਸਮਝ ਲਵੋ ਵੀ ਆਤਮ ਬੁੱਧ ਅਨਾਤਮ ਵਿਖੈ, ਵੀ ਕਹਿਣ ਦਾ ਭਾਵ ਸੀ ਵੀ ਇਹ ਜਿਹੜੀ ਅਵਿਦਿਆ ਹੈ, ਅਗਿਆਨ ਹੈ, ਮਾਇਆ ਹੈ, ਮਨ ਹੈ, ਭਰਮ ਹੈ, ਇਹ ਸਭ ਇੱਕ ਹੀ ਚੀਜ਼ ਦੇ ਨਾਂ ਹਨ, ਵੱਖਰੇ ਵੱਖਰੇ। ਜਿਵੇਂ ਗੰਨੇ ਦਾ ਰਸ ਹੈ, ਗੁੜ ਬਣ ਗਿਆ, ਸ਼ੱਕਰ ਬਣ ਗਈ, ਖੰਡ ਬਣ ਗਈ, ਮਠਿਆਈ ਬਣ ਗਈ, ਸਭ ਵੱਖਰੇ ਵੱਖਰੇ ਲੱਗਦੇ ਹਨ, ਪਰ ਉਹਦਾ ਮੂਲ ਤਾਂ ਮਿੱਠਾ ਹੀ ਹੈ। ਇਸੇ ਤਰ੍ਹਾਂ ਹੀ ਇਹਨਾਂ ਦਾ ਮੂਲ ਇਉਂ ਜਾਣਨਾ ਕਰੋ ਆਤਮਾ ਹੀ ਹੈ। ਉਹਦੇ ਕਰਕੇ, ਉਹਦੇ ਸੱਤਾ ਕਰਕੇ ਸਾਰਾ ਕੁਝ ਹੋਰ ਦਾ ਹੋਰ ਦਿਖਾਈ ਦੇ ਰਿਹਾ ਹੈ। ਕਿਉਂ? ਜਿਹੜੀ ਚੀਜ਼ ਰਹਿਣ ਵਾਲੀ ਹੈ ਉਹ ਲੱਗਦਾ ਵੀ ਇਹਨੇ ਰਹਿਣਾ ਹੀ ਨਹੀਂ। ਹੁਣ ਕਈ ਐਸੇ ਜਿਨ੍ਹਾਂ ਦਾ ਮੈਲਾ ਮਨ, ਕਈ ਤਰ੍ਹਾਂ ਦੇ ਪੰਥ ਵੀ ਇੱਦਾਂ ਦੇ ਚੱਲੇ ਹਨ। ਇੱਕ ਵਾਮ ਮਾਰਗੀ ਪੰਥ ਵੀ ਹੈ, ਉਹ ਕਹਿੰਦੇ ਵੀ ਰੱਜ ਕੇ ਸ਼ਰਾਬ ਪੀਓ, ਖਾਓ ਪੀਓ, ਮੌਜਾਂ ਕਰੋ, ਆਹ ਜਗ ਮਿੱਠਾ ਅਗਲਾ ਕਿਨੇ ਡਿੱਠਾ। ਉਹ ਮੈਲੇ ਮਨ ਦੇ ਮਗਰ ਤੁਰੇ, ਉਹਨਾਂ ਦਾ ਪੰਥ ਹੀ ਵੱਖਰਾ ਚਲਾ ਲਿਆ। ਉਹ ਕਹਿੰਦੇ ਵੀ ਰੱਜ ਕੇ ਸ਼ਰਾਬ ਪੀਂਦਿਆਂ ਪੀਂਦਿਆਂ ਜਿਹੜਾ ਰੱਜ ਕੇ ਸ਼ਰਾਬ ਪੀ ਕੇ ਮਰ ਜਾਏ, ਕਹਿੰਦੇ ਉਹ ਮੁਕਤ ਹੋ ਗਿਆ, ਹੋਰ ਕੋਈ ਮੁਕਤੀ ਨਹੀਂ। ਵਾਮ ਮਾਰਗੀਆਂ ਦਾ ਇੱਦਾਂ ਦਾ ਪੰਥ ਵੀ ਹੈ। ਪਰ ਇਹ ਨਹੀਂ ਪਤਾ ਵੀ ਉਹ ਕਿਹੜੇ ਨਰਕਾਂ ਵਿੱਚ ਜਾਣਗੇ। ਸੁਰੋ ਵਿਚਾਰ। ਸੋ ਇਹ ਇਸ ਤਰ੍ਹਾਂ ਇਹ ਮਨ ਦਾ ਸੁਭਾਅ ਹੈ ਵੀ ਜਿਹੜੀ ਸਤ ਵਸਤੂ ਹੈ ਉਹਨੂੰ ਅਸਤ ਵਿਖਾ ਦੇਣਾ। ਜਗਤ ਅਸਤ ਵਿਖੈ ਸਤ ਬੁੱਧ। ਇਹ ਦੁਨੀਆ ਰਹਿਣ ਵਾਲੀ ਨਹੀਂ। ਵੇਖਦਾ ਹੈ ਸਾਰੇ ਮੇਰੇ ਬਜ਼ੁਰਗ ਚਲੇ ਗਏ, ਦਾਦੇ ਪੜਦਾਦੇ ਅੱਜ ਨਹੀਂ ਹਨ, ਕੱਲ੍ਹ ਨੂੰ ਮੈਂ ਵੀ ਚਲੇ ਜਾਣਾ ਹੈ। ਨੈਣੋਂ ਦੇਖਤ ਇਹ ਜਗ ਜਾਈ। ਫਿਰ ਵੀ ਸਮਝਦਾ ਹੈ ਵੀ ਨਹੀਂ, ਮੈਂ ਤਾਂ ਸਦਾ ਹੀ ਰਹਿਣਾ ਹੈ, ਜਿਵੇਂ ਮੈਂ ਤਾਂ ਮਰਨਾ ਹੀ ਨਹੀਂ। ਫਿਰ ਮੈਂ ਕਰਦਾ ਹੈ। ਹਮਰੀ ਭੂਮ ਕੌਣ ਕਾਲੈ ਪੈਰ, ਵੀ ਮੇਰੀ ਧਰਤੀ 'ਚ ਪੈਰ ਕਿਹੜਾ ਪਾ ਦੇਗਾ, ਕਿਹਦੀ ਹਿੰਮਤ ਹੈ। ਇਸ ਤਰ੍ਹਾਂ ਫਿਰ ਜੋ ਨਾਸਵੰਤ ਸੰਸਾਰ ਹੈ ਉਸ ਨੂੰ ਇਹ ਸਦਾ ਰਹਿਣ ਵਾਲਾ ਸਮਝਦਾ ਹੈ। ਆਤਮ ਸਤ ਅਸਤ ਕੀ ਸੁਧ। ਪਰ ਆਤਮਾ ਸੱਚ ਹੈ। ਉਹ ਕਹਿੰਦਾ ਵੀ ਆਤਮਾ ਇੱਥੇ ਕਿੱਥੇ ਹੈ, ਦਿਖਾਈ ਜਾਂ ਕਿਤੇ ਦਿੰਦਾ ਨਹੀਂ। ਤਾਂ ਜਿਹੜੀ ਚੀਜ਼ ਦਿਸਦੀ ਨਹੀਂ ਉਹ ਤਾਂ ਹੁੰਦੀ ਹੀ ਨਹੀਂ। ਜਿਸ ਕਰਕੇ ਆਤਮਾ ਕੋਈ ਨਹੀਂ ਹੈ। ਮੌਜਾਂ ਕਰੋ, ਆਨੰਦ ਲਓ, ਬਸ। ਇਹ ਮਨ ਦਾ ਸੁਭਾਅ ਹੈ, ਕੁਝ ਦਾ ਕੁਝ ਦਿਖਾ ਦੇਵੇਗਾ। ਨਾਮ ਜਪੀ ਕੋ ਮਨ ਪਹਿਚਾਨ। ਇਸੇ ਦਾ ਨਾਮ ਮਨ ਹੈ, ਇਹ ਗੱਲ ਸਮਝ ਲਵੋ। ਜਬ ਹੈ ਪ੍ਰਾਤਪ
ਜਬ ਹੈ ਪ੍ਰਾਪਤ ਆਤਮ ਗਿਆਨ। ਜਦੋਂ ਫਿਰ ਆਪਣੇ ਸਰੂਪ ਦਾ ਗਿਆਨ ਪ੍ਰਾਪਤ ਹੋ ਜਾਏ, ਪਤਾ ਲੱਗ ਜਾਏ ਵੀ ਮੈਂ ਕੌਣ ਹਾਂ, ਫਿਰ ਸਮਝ ਆ ਜਾਵੇ ਸੋ ਪ੍ਰਭ ਦੂਰ ਨਾਹੀ ਪ੍ਰਭ ਤੂੰ ਹੈ, ਵੀ ਤੂੰ ਤਾਂ ਉਹਦਾ ਹੀ ਰੂਪ ਹੈ, ਤੇਥੋਂ ਦੂਰ ਨਹੀਂ ਪ੍ਰਮਾਤਮਾ। ਰੱਬ ਦੇ ਤੋਂ ਵੱਖ ਨਹੀਂ, ਪਰ ਵੇਖਣ ਵਾਲੀ ਅੱਖ ਨਹੀਂ। ਇਹੋ ਜਿਹੇ ਬੜੇ ਸੁੰਦਰ ਬੁੱਲੇ ਸ਼ਾਹ ਦੇ ਜਾਂ ਹੋਰ ਕਈਆਂ ਦੇ ਬਣੇ ਹੋਏ ਹਨ ਸੁਰੋਹ ਵਿਚਾਰ। ਇਉਂ ਫਿਰ ਆਤਮ ਗਿਆਨ ਹੋਣ ਦੇ ਨਾਲ ਪਤਾ ਲੱਗ ਜਾਂਦਾ ਹੈ ਰੱਬ ਇਸ ਬਿਤ ਕੋ ਭਾਵ ਬਿਨਾਸੇ। ਇਸ ਤਰ੍ਹਾਂ ਦਾ ਜਿਹੜਾ ਭਾਵ ਸੀ ਵੀ ਹੋਵੇ ਕੁਝ ਹੋਰ ਤਾਂ ਦਿਸੇ ਕੁਝ ਹੋਰ। ਮਾਧਵੇ ਕਿਆ ਕਹੀਏ ਭ੍ਰਮ ਐਸਾ ਜੈਸਾ ਮਾਨੀਏ ਹੋਏ ਨਾ ਤੈਸਾ। ਜਿਹੋ ਜਿਹਾ ਮੰਨਿਆ ਜਾਵੇ ਉਹੋ ਜਿਹਾ ਹੋਵੇ ਨਾ। ਜਦੋਂ ਆਤਮ ਗਿਆਨ ਹੋ ਜਾਂਦਾ ਫਿਰ ਸਹੀ ਸਹੀ ਸਾਰਾ ਕੁਝ ਦਿਖਦਾ ਹੈ, ਫਿਰ ਭੁਲੇਖਾ ਨਹੀਂ ਰਹਿੰਦਾ। ਫਿਰ ਸਾਰੇ ਪਦਾਰਥ ਜਿਸ ਤਰ੍ਹਾਂ ਦੇ ਹਨ ਉਸ ਤਰ੍ਹਾਂ ਦੇ ਹੀ ਦਿਖਾਈ ਦੇਣਗੇ। ਇਸ ਤਰ੍ਹਾਂ ਫਿਰ ਆਤਮ ਪ੍ਰਕਾਸ਼ ਹੋਣ ਦੇ ਨਾਲ ਜਦੋਂ ਚਿੱਤ ਸਤ ਰੂਪ ਹੋ ਗਿਆ, ਸ਼ਾਂਤ ਹੋ ਗਿਆ, ਫਿਰ ਸੰਚਿਤ ਜਿਹੜੇ ਜਮਾ ਕਰਮ ਸਨ ਤੇ ਜਿਹੜਾ ਮਨ ਹੋਰ ਦਾ ਹੋਰ ਕੁਝ ਦਿਖਾਈ ਜਾਂਦਾ ਸੀ, ਉਹ ਮਨ ਵੀ ਜਿਹੜਾ ਸੀ ਉਹ ਸੜ ਗਿਆ। ਜਿਸ ਤਰ੍ਹਾਂ ਮਕਾਨ ਦੇ ਸਮੇਤ ਉਹਦੇ 'ਚ ਰੱਖਿਆ ਹੋਇਆ ਅਨਾਜ ਸੜ ਗਿਆ, ਉਹ ਫਿਰ ਉਗਦਾ ਨਹੀਂ ਹੈ, ਅੰਕੁਰ ਨਹੀਂ ਪੈਦਾ ਹੁੰਦੇ। ਜੋ ਅਸੀਂ ਕਰਮ ਕਰਦੇ ਹਾਂ ਰੋਜ਼ਾਨਾ, ਉਹਦਾ ਫਿਰ ਫਲ ਬ੍ਰਹਮ ਗਿਆਨੀ ਨੂੰ ਨਹੀਂ ਮਿਲਦਾ। ਜਿਵੇਂ ਜਲੇ ਹੋਏ ਅਨਾਜ ਦੇ ਅੰਕੁਰ ਨਹੀਂ ਪੈਦਾ ਹੁੰਦੇ, ਪਰ ਉਹ ਭੁੱਖ ਤਾਂ ਮਿਟਾ ਸਕਦਾ ਹੈ ਖਾਣ ਦੇ ਨਾਲ। ਬੰਦ ਨਹੀਂ ਕਰਾਈ ਯਾਰ, ਕੀੜੇ ਡਿੱਗਦੇ। ਸੋ ਇਸੇ ਤਰ੍ਹਾਂ ਹੀ ਜੋ ਬ੍ਰਹਮ ਗਿਆਨੀ ਕਰਮ ਕਰਦੇ ਹਨ ਸੁਤੇ ਸਿੱਧ, ਕਰਮ ਕਰਤ ਹੋਵੇ ਨਿਹ ਕਰਮ ਕਿਸ ਬੈਸਨੋਂ ਕਾ ਨਿਰਮਲ ਧਰਮ। ਉਹ ਪੁੱਜੇ ਹੋਏ ਅਨਾਜ ਵਾਂਗ ਕਰਮ ਤਾਂ ਕਰਦੇ ਹਨ, ਉਹਦਾ ਉਹਨਾਂ ਨੂੰ ਫਲ ਨਹੀਂ ਮਿਲਦਾ। ਹੁੰਦਾ ਕੀ ਹੈ, ਜਿਹੜੇ ਉਹਨਾਂ ਦੀ ਵਡਿਆਈ ਕਰਨ ਵਾਲੇ, ਉਹਨਾਂ ਦਾ ਮਾਨ ਸਨਮਾਨ ਕਰਨ ਵਾਲੇ, ਉਹਨਾਂ ਦੇ ਪੁੰਨ ਕਰਮ ਉਹ ਲੈ ਜਾਂਦੇ। ਉਹਨਾਂ ਨੂੰ ਪੁੰਨ ਕਰਮਾਂ ਦੀ ਲੋੜ ਨਹੀਂ ਹੁੰਦੀ, ਕਿਉਂਕਿ ਬ੍ਰਹਮ ਗਿਆਨ ਹੋ ਗਿਆ। ਫਲ ਕਾਰਨ ਫੂਲੀ ਬਨ ਰਾਏ, ਫਲ ਲਾਗਾ ਤਾਂ ਫੂਲ ਬੁਲਾਏ ਬਿਲਾਏ। ਗਿਆਨ ਹੈ ਕਾਰਨ ਕਰਮ ਅਭਿਆਸ, ਗਿਆਨ ਪਿਆਤ ਹੈ ਕਰਮੈ ਨਾਸ। ਫਿਰ ਉਹਨਾਂ ਦੇ ਸੁਤੇ ਸਿੱਧ ਜੋ ਚੰਗੇ ਕੰਮ ਕਰਦੇ ਹਨ, ਉਹਨਾਂ ਦਾ ਫਲ, ਚੰਗੇ ਪੁੰਨਾਂ ਦਾ ਫਲ, ਉਹਨਾਂ ਦਾ ਸਤਿਕਾਰ ਕਰਨ ਵਾਲੇ, ਉਹਨਾਂ ਦੀ ਸੇਵਾ ਕਰਨ ਵਾਲੇ, ਉਹਨਾਂ ਦੀ ਵਡਿਆਈ ਕਰਨ ਵਾਲੇ ਉਹ ਲੈ ਜਾਂਦੇ ਹਨ। ਇਸੇ ਕਰਕੇ ਕਿਹਾ ਜੋ ਹਰ ਜਨ ਕੀ ਉਸਤਤ ਹੈ ਸਾ ਹਰ ਕੀ ਵਡਿਆਈ। ਜੋ ਪ੍ਰਭੂ ਦੇ ਪਿਆਰਿਆਂ ਦੀ ਵਡਿਆਈ ਹੈ, ਇਹ ਵੀ ਪ੍ਰਭੂ ਦੀ ਹੀ ਵਡਿਆਈ ਹੈ, ਕਿਉਂਕਿ ਉਹਦੇ ਨਾਮ ਕਰਕੇ ਉਹਨਾਂ ਦੀ ਵਡਿਆਈ ਹੋਈ। ਵਡਿਆਈ ਨਾਮ ਦੀ ਹੈ। ਇਸ ਜਗ ਮੈਂ ਸੋਭਾ ਨਾਮ ਕੀ ਵੀ ਨਾਮ ਹੈ ਸੋਭ ਨਾ ਹੋਏ। ਇਸ ਤਰ੍ਹਾਂ ਫਿਰ ਜਿਹੜੇ ਉਹਨਾਂ ਤੋਂ ਸੁਤੇ ਸਿੱਧ ਮਾੜੇ ਕੰਮ ਵੀ ਹੋ ਜਾਂਦੇ ਆ ਬ੍ਰਹਮ ਗਿਆਨੀ ਤੋਂ ਵੀ। ਹੁਣ ਸੁਤੇ ਸਿੱਧ ਕਿਸੇ ਦਾ ਨੁਕਸਾਨ ਹੋ ਜਾਵੇ, ਕਿਸੇ ਦਾ ਮਨ ਦਿਖਾਇਆ ਜਾਵੇ, ਜਾਂ ਕੋਈ ਪੈਰ ਥੱਲੇ ਆ ਕੇ ਜੀ ਜੰਤੂ ਮਰ ਜਾਵੇ, ਜਿਸ ਤਰ੍ਹਾਂ ਸੁਤੇ ਸੇ ਜਿਹੜਾ ਕੁਝ ਹੋ ਜਾਂਦਾ ਹੈ ਪਾਪ, ਉਹ ਜਿਹੜੇ ਉਹਨਾਂ ਦੀ ਨਿੰਦਿਆ ਕਰਦੇ ਹਨ, ਉਹਨਾਂ ਦੇ ਪਾਪ ਉਹ ਨਿੰਦਕ ਲੋਕ ਲੈ ਜਾਂਦੇ ਹਨ। ਉਹ ਨਿਰਲੇਪ, ਉਹਨਾਂ ਨਾ ਪਾਪ ਦੀ ਲੋੜ ਹੈ ਨਾ ਪੁੰਨ ਦੀ ਲੋੜ ਹੈ, ਉਹਨਾਂ ਨੂੰ ਤਾਂ ਬ੍ਰਹਮ ਗਿਆਨ ਹੋ ਗਿਆ। ਇਉਂ ਦੱਸਦੇ ਹਨ ਵੀ ਕਿਰੇ ਮਾਨ ਜੋ ਕਰਮ ਕਰਦੇ ਹਨ, ਬ੍ਰਹਮ ਗਿਆਨੀ ਨੂੰ ਉਹਦਾ ਫਲ ਨਹੀਂ ਮਿਲਦਾ। ਪ੍ਰਾਰਬਧ ਕਰ ਕਿਰਿਆ ਜੋ ਠਾਨ, ਪ੍ਰਾਰਬਧ ਅਨੁਸਾਰ ਸੁਤੇ ਸਿੱਧ ਜਿਹੜਾ ਕੁਝ ਹੋ ਹੀ ਜਾਂਦਾ ਹੈ। ਹੋਤ ਅਨਾਤਮ ਜੁਤ ਅਭਿਮਾਨ,
ਸੋ ਜਿਹੜਾ ਵੀ ਕੰਮ ਅਸੀਂ ਅਹੰਕਾਰ ਦੇ ਸਹਿਤ ਕਰਦੇ, ਮੈਂ ਕਰਦਾ ਹਾਂ, ਮੈਂ ਕਰਾਂਗਾ, ਮੈਂ ਕੀਤਾ, ਮੈਂ ਕਰ ਸਕਦਾ ਹਾਂ, ਇਹ ਜਿਹੜਾ ਵੀ ਕਰਮ ਹੈ ਹੰਕਾਰ ਦੇ ਸਹਿਤ, ਜਿਹੜਾ ਕਰਮ ਹੈ ਦੇਹ ਅਭਿਮਾਨ ਦੇ ਸਹਿਤ, ਇਹ ਅਨਾਤਮ ਦਾ ਪ੍ਰਕਾਰ ਦੱਸਦੇ ਹਨ। ਵਹੀ ਕਿਰਿਆ ਹੋਵੈ ਕਿਰਮਾਨ, ਫਿਰ ਉਹੀ ਹੰਕਾਰ ਦੇ ਨਾਲ ਕੀਤੇ ਹੋਏ, ਆਪਣਤ ਨਾਲ ਕੀਤੇ ਹੋਏ, ਬੇਸਮਝੀ ਵਿੱਚ ਕੀਤੇ ਹੋਏ ਜਿਹੜੇ ਕਰਮ ਹਨ, ਉਹੀ ਫਿਰ ਅੱਗੇ ਜਾ ਕਰਕੇ ਵਹੀ ਕਿਰਿਆਮਾਨ ਬਣ ਜਾਂਦੀ ਹੈ। ਜਾਦੇ ਪ੍ਰਣਮਤ ਅਪਰ ਵਿਧਾਨ, ਫਿਰ ਇਹਨਾਂ ਦਾ ਰੂਪ ਬਦਲਦਾ ਰਹਿੰਦਾ ਹੈ। ਕਰਮ ਵੀ ਵੱਖਰੇ ਵੱਖਰੇ, ਉਹਨਾਂ ਦੇ ਫਲ ਵੀ ਵੱਖਰੇ। ਇੱਕ ਤਰ੍ਹਾਂ ਦਾ ਕਰਮ ਤਾਂ ਹੁੰਦਾ ਨਹੀਂ, ਇੱਕ ਤਰ੍ਹਾਂ ਦਾ ਫਲ ਵੀ ਨਹੀਂ ਹੁੰਦਾ। ਇਸ ਤਰ੍ਹਾਂ ਫਿਰ ਵੱਖਰੇ ਵੱਖਰੇ ਕਰਮ ਅਤੇ ਵੱਖਰਾ ਵੱਖਰਾ ਉਹਨਾਂ ਦਾ ਫਲ, ਕਿਰਿਆਮਾਨ ਹੀ ਫਿਰ ਸੰਚਿਤ ਕਰਮ ਬਣ ਜਾਂਦੇ। ਉਹੀ ਬਦਲ ਕੇ ਸੰਚਿਤ ਕਰਮ, ਅਤੇ ਸੰਚਿਤ ਕਰਮ ਫਿਰ ਪ੍ਰਾਰਬਧ ਕਰਮ ਬਣ ਜਾਂਦੇ ਹਨ। ਕੋਈ ਕਿਰਿਆਹੀਨ ਅਭਿਮਾਨ, ਪਰ ਜਦੋਂ ਹੰਕਾਰ ਨਹੀਂ ਵਿੱਚ ਰਿਹਾ, ਕਰਮ ਤਾਂ ਚੱਲਦੇ ਹਨ, ਬ੍ਰਹਮ ਗਿਆਨੀ ਤੋਂ ਵੀ ਚੰਗੇ ਮਾੜੇ ਕਰਮ ਹੁੰਦੇ ਹਨ, ਪਰ ਉਹ ਬਿਨਾਂ ਹੰਕਾਰ ਤੋਂ ਹੈ, ਹਉਮੈ ਨਹੀਂ ਉਹਦੀ ਵਿੱਚ ਹੁੰਦੀ। ਇਸ ਕਰਕੇ ਉਸ ਨੂੰ ਉਹਨਾਂ ਕਰਮਾਂ ਦਾ ਫਲ ਨਹੀਂ ਭੋਗਣਾ ਪੈਂਦਾ। ਪੁਜੈ ਨਹੀਂ ਕਦਾਚਿਤ ਜਾਣ, ਉਸ ਦੇ ਉਹ ਕਰਮ ਕਦੇ ਵੀ ਫਲ ਦੇਣ ਵਾਸਤੇ ਪੈਦਾ ਨਹੀਂ ਹੁੰਦੇ। ਪ੍ਰਾਰਬਧ ਤੇ ਹੋਏ ਕਿਰਮਾਨ, ਜੋ ਪ੍ਰਾਰਬਧ ਕਰਮ ਜਦੋਂ ਸਾਨੂੰ ਸਰੀਰ ਮਿਲ ਗਿਆ, ਉਹਦੇ ਵਿੱਚ ਅਸੀਂ ਜਿਹੜੇ ਹੰਕਾਰ ਦੇ ਸਹਿਤ ਕਰਮ ਕਰਦੇ ਹਾਂ, ਇਹ ਕਿਰਿਆਮਾਨ ਹੋ ਜਾਂਦੇ ਹਨ। ਭੋਜਨ ਰੂਪ ਕਿਰਿਆ ਜਿਵ ਠਾਨ, ਹੁਣ ਹੋਰ ਸਮਝਾਉਣ ਵਾਸਤੇ ਕਹਿੰਦੇ ਵੀ ਗੱਲ ਸਮਝ ਵਿੱਚ ਆ ਜਾਵੇ। ਜਿਵੇਂ ਅਸੀਂ ਭੋਜਨ ਛਕਦੇ ਹਾਂ, ਇਹ ਭੋਜਨ ਛਕਣ ਦਾ ਜਿਹੜਾ ਕੰਮ ਹੈ, ਕਿਰਿਆ ਹੈ। ਪ੍ਰਾਰਬਧਿ ਕੋ ਰੂਪ ਹੈ ਹੋਏ, ਸੋ ਪ੍ਰਾਰਬਧ ਅਨੁਸਾਰ ਸਾਨੂੰ ਭੋਜਨ ਮਿਲ ਗਿਆ, ਚੰਗਾ ਮਾੜਾ ਜੋ ਵੀ ਭੋਜਨ ਮਿਲਿਆ, ਉਹ ਅਸੀਂ ਜੋ ਛਕਦੇ ਹਾਂ। ਭੋਜਨ ਕਰੇ ਪੁਸ਼ਤਰ ਹੋਏ, ਹੁਣ ਭੋਜਨ ਛਕਣ ਦੇ ਨਾਲ ਜੋ ਅਸੀਂ ਭੋਜਨ ਛਕਦੇ ਹਾਂ, ਉਹ ਸਾਡੇ ਸਰੀਰ ਅੰਦਰ ਜਾ ਕੇ ਪਹਿਲਾਂ ਰਸ ਬਣੇਗਾ। ਜਦੋਂ ਰਸ ਬਣੇਗਾ, ਜਿਹੜਾ ਫੋਗ ਹੈ ਉਹ ਵੱਖਰਾ ਹੋ ਜਾਏਗਾ, ਜੋ ਪਾਣੀ ਦੀ ਅੰਸ਼ ਹੈ ਉਹ ਵੱਖਰੀ ਹੋ ਜਾਏਗੀ, ਉਹ ਮਲ ਮੂਤਰ ਬਣ ਜਾਏਗਾ। ਜਿਹੜਾ ਰਸ ਹੈ, ਰਸ ਤੋਂ ਅੱਗੇ ਫਿਰ ਖੂਨ ਬਣ ਜਾਏਗਾ, ਤੇ ਖੂਨ ਤੋਂ ਅੱਗੇ ਫਿਰ ਚਰਬੀ ਬਣ ਜਾਏਗੀ, ਚਰਬੀ ਤੋਂ ਅੱਗੇ ਹੱਡੀਆਂ ਬਣ ਜਾਣਗੀਆਂ, ਹੱਡੀਆਂ ਤੋਂ ਅੱਗੇ ਮਿੱਝ ਬਣਦੀ ਹੈ ਜੋ ਹੱਡੀਆਂ ਦੇ ਵਿੱਚ ਹੁੰਦੀ ਹੈ, ਤੇ ਮਿੱਝ ਤੋਂ ਫਿਰ ਦਿਮਾਗ ਬਣਦਾ ਹੈ ਬੰਦੇ ਦਾ। ਮਿੱਝ ਤੋਂ ਆਪਾਂ ਮਗਧ ਕਹਿ ਦਿੰਦੇ ਹਾਂ, ਮਗਜ਼ ਵੀ ਮਗਜ਼ ਨਾ ਖਾ ਮੇਰਾ। ਸੋ ਮਿੱਝ ਤੋਂ ਹੀ ਦਿਮਾਗ ਬਣਦਾ ਹੈ, ਤੇ ਜਿਹੜੀ ਮਿੱਝ ਹੈ, ਦਿਮਾਗ ਜਿੱਥੋਂ ਬਣਿਆ, ਉਸ ਤੋਂ ਅੱਗੇ ਫਿਰ ਜਿਹੜੀ ਸਰੀਰ ਦੀ ਸਾਰੀ ਤਾਕਤ ਹੈ, ਉਹਨੂੰ ਵੀਰ ਕਹਿੰਦੇ ਹਨ। ਉਹ ਲਾਸਟ ਵਿੱਚ ਹੈ, ਸਭ ਤੋਂ ਅਖੀਰ ਵਿੱਚ ਹੈ। ਇਸ ਤਰ੍ਹਾਂ ਫਿਰ ਸਾਰੇ ਸਰੀਰ ਖਾਧੇ ਹੋਏ ਭੋਜਨ ਦੀ ਇਸ ਤਰ੍ਹਾਂ ਕਿਰਿਆ ਚੱਲ ਪੈਂਦੀ ਹੈ ਅੱਗੇ। ਜੋ ਕਿਰਮਾਨ ਰੂਪ ਪਹਿਚਾਨ, ਇਹਨੂੰ ਕਿਰਿਆਮਾਨ ਦਾ ਰੂਪ ਜਾਣਨਾ ਕਰੋ। ਦੇਹ ਸੂਰਜ ਕੋ ਪੁਸ਼ਟ ਜੋ ਜਾਨ, ਹੁਣ ਇੱਕ ਰੋਗੀ ਹੈ ਭੋਜਨ ਛਕਦਾ, ਇੱਕ ਤੰਦਰੁਸਤ ਭੋਜਨ ਛਕ ਰਿਹਾ ਹੈ। ਦੋ ਭੋਜਨ ਇੱਕੋ ਹੀ ਹੈ, ਪਰ ਦੋ ਅਸਰ ਉਹਦੇ ਹੁਣ ਵੱਖਰੇ ਵੱਖਰੇ ਹੋ ਰਹੇ ਹਨ। ਇਉਂ ਦੱਸ ਰਹੇ ਹਨ, ਜੇ ਆਰੋਗ ਕੋ ਪੁਸ਼ਟ ਬਡੇਰੀ, ਜਿਹੜਾ ਤੰਦਰੁਸਤ ਬੰਦਾ ਹੈ ਉਹ ਵਧੀਆ ਤਾਕਤ ਵਾਲਾ ਭੋਜਨ ਛਕੇ, ਉਹਦਾ ਸਰੀਰ ਹੋਰ ਤੰਦਰੁਸਤ ਹੋਏਗਾ। ਇਸੀ ਪ੍ਰਕਾਰ ਜੁਗਤ ਲਿਹੁ ਢੇਰੀ, ਇਸੇ ਤਰ੍ਹਾਂ ਦੀ ਇਹ ਜੁਗਤੀ ਜੋ ਹੈ ਜਾਣਨਾ ਕਰੋ। ਹੋਏ ਕਿਰਿਆ ਜਤ ਮਨ ਅਭਿਮਾਨ, ਸੋ ਇਸੇ ਤਰ੍ਹਾਂ ਹੀ ਜੋ ਹੰਕਾਰ ਦੇ ਸਹਿਤ ਕਿਰਿਆ ਹੁੰਦੀ ਹੈ, ਹੋਏ ਕਿਰਿਆ ਹੈ ਉਪਜਨਵਾਨ, ਉਹੀ ਕਿਰਿਆ ਪੈਦਾ ਹੋਣ ਵਾਲੀ ਹੈ। ਹੁਣ ਰੋਗੀ ਆਦਮੀ ਜੇ ਭੋਜਨ ਖਾਵੇ ਤੇ ਉਹਨੂੰ ਖਾਣਾ ਤਾਂ ਪਵੇਗਾ ਵੀ। ਡਾਕਟਰ ਕਹਿੰਦੇ ਵੀ ਰੋਟੀ ਕੁਝ ਖਾ ਲੈ ਤਾਂ ਦਵਾਈ ਅਸਰ ਕਰੇਗੀ, ਪਰ ਉਹ ਭੋਜਨ ਦੇ ਨਾਲ ਉਹਨੂੰ ਪੁਸ਼ਟਤਾ ਨਹੀਂ ਮਿਲਦੀ, ਉਹ ਤਾਕਤ ਨਹੀਂ ਮਿਲਦੀ ਜੋ ਤੰਦਰੁਸਤ ਨੂੰ ਮਿਲਦੀ ਹੈ। ਭੋਜਨ ਤਾਂ ਇੱਕ ਹੀ ਹੈ,
ਰੋਗੀ ਖਾਏਗਾ ਉਹਨੂੰ ਅਸਰ ਨਹੀਂ ਹੋਏਗਾ, ਤੇ ਤੰਦਰੁਸਤ ਖਾਏਗਾ ਉਹਨੂੰ ਅਸਰ ਹੋ ਜਾਏਗਾ। ਇਸੇ ਤਰ੍ਹਾਂ ਹੀ ਕਰਮਾਂ ਦਾ ਫਲ ਹੈ। ਜਿਹੜਾ ਗਿਆਨਵਾਨ ਹੈ ਉਹਨੂੰ ਕਰਮਾਂ ਦਾ ਫਲ ਨਹੀਂ ਮਿਲਦਾ, ਤੇ ਜਿਹੜਾ ਹੰਕਾਰ ਦੇ ਨਾਲ ਕਰਦਾ ਹੈ ਕਰਮ, ਉਸ ਨੂੰ ਕਰਮਾਂ ਦਾ ਫਲ ਮਿਲਦਾ ਹੈ। ਤਨ ਅਭਿਮਾਨ ਨ ਗਿਆਨੀ ਧਰੈ। ਕਿਉਂਕਿ ਜਿਹਨੂੰ ਬ੍ਰਹਮ ਗਿਆਨ ਹੋ ਗਿਆ ਉਹ ਕਦੀ ਵੀ ਆਪਣੇ ਸਰੀਰ ਦਾ, ਮੈਂ ਆਪਣੇ ਦਾ, ਆਪਣਤ ਦਾ ਹੰਕਾਰ ਨਹੀਂ ਕਰਦਾ। ਗਿਆਤੈ ਨਹੀਂ ਬਾਂਧਿ ਕੋ ਕਰੈ। ਇਸ ਕਰਕੇ ਉਹ ਕਰਮਾਂ ਦੇ ਜਾਲ ਕਰਕੇ ਬੰਧਨਾਂ ਵਿੱਚ ਨਹੀਂ ਪੈਂਦਾ। ਕਰਮ ਮਾਲ ਸਭ ਕੇ ਘਰ ਪਰੀ। ਇਹ ਕਰਮਾਂ ਦੀ ਮਾਲਾ ਤਾਂ ਸਾਰਿਆਂ ਦੇ ਗਲ ਪਈ ਹੈ। ਤਨ ਹੰਤਾ ਤਿਆਗੇ ਤਿਨ ਹਰੀ। ਜਿਨ੍ਹਾਂ ਨੇ ਹੰਕਾਰ ਮਿਟਾ ਦਿੱਤਾ, ਤੇ ਹੰਕਾਰ ਮਿਟਦਾ ਹੈ ਬ੍ਰਹਮ ਗਿਆਨ ਹੋਣ ਦੇ ਨਾਲ। ਉਹਨਾਂ ਦੇ ਸਾਰੇ ਕਰਮ ਮਿਟ ਜਾਂਦੇ ਹਨ। ਬਿਨਾ ਤਿਆਗ ਤੇ ਅਨਕ ਕਲੇਸ਼। ਜਿੰਨਾ ਚਿਰ ਮੈਂ ਪੁਣਾ ਆਪਣਤ ਹਉਮੈ ਨਹੀਂ ਤਿਆਗਦਾ, ਬੜੇ ਕਲੇਸ਼ ਹਨ। ਜਨਮ ਮਰਨ ਕੇ ਕਸ਼ਟ ਅਸੇਤ। ਜੰਮਣ ਮਰਨ ਦੇ ਬੜੇ ਕਸ਼ਟ ਪੈ ਰਹਿੰਦੇ ਹਨ। ਯਾਤੇ ਸਤਿਗੁਰ ਨੇ ਬਹੁ ਵਾਰ। ਇਸ ਕਰਕੇ ਗੁਰਬਾਣੀ ਅੰਦਰ ਵੀ ਸਤਿਗੁਰੂ ਮਹਾਰਾਜ ਨੇ ਬਹੁਤ ਵਾਰ ਵਰਣਨ ਕੀਨੋ ਗ੍ਰੰਥ ਮਝਾਰ। ਗੁਰੂ ਗ੍ਰੰਥ ਸਾਹਿਬ ਵਿੱਚ ਵੀ ਸਤਿਗੁਰੂ ਜੀ ਨੇ ਲਿਖਿਆ ਹੈ। ਹਉਮੈ ਦਾ ਪੂਰਾ ਉਹ ਇੱਕ ਸ਼ਲੋਕ ਹੈ, ਪੂਰਾ ਪ੍ਰਕਰਨ ਹੈ। ਹੋਂ ਵਿੱਚ ਆਇਆ ਹੋਂ ਵਿੱਚ ਗਿਆ। ਇਹ ਜੀਵ ਜਨਮ ਧਾਰ ਕੇ ਆਉਂਦਾ ਹੀ ਹਉਮੈ ਕਰਕੇ ਹੈ, ਤੇ ਹਉਮੈ ਕਰਕੇ ਹੀ ਮਰ ਕੇ ਫਿਰ ਨਰਕ ਸੁਰਗ ਵਿੱਚ ਜਾਂਦਾ ਹੈ। ਹੋਂ ਵਿੱਚ ਜੰਮਿਆ ਹੋਂ ਵਿੱਚ ਮੂਆ। ਹੋਂ ਵਿੱਚ ਹੀ ਜੰਮਦਾ ਹੈ ਤੇ ਹੋਂ ਵਿੱਚ ਹੀ ਮਰਦਾ ਹੈ। ਹੋਂ ਵਿੱਚ ਦਿੱਤਾ, ਹੋਂ ਵਿੱਚ ਲਿਆ, ਹੋਂ ਵਿੱਚ ਖਟਿਆ, ਹੋਂ ਵਿੱਚ ਗਿਆ, ਹੋਂ ਵਿੱਚ ਸਤਿਆਰ ਕੂੜਿਆਰ, ਹੋਂ ਵਿੱਚ ਪਾਪ ਪੁੰਨ ਵਿਚਾਰ, ਹੋਂ ਵਿੱਚ ਨਰਕ ਸੁਰਗ ਅਵਤਾਰ, ਹੋਂ ਵਿੱਚ ਹੱਸੈ, ਹੋਂ ਵਿੱਚ ਰੋਵੈ, ਹੋਂ ਵਿੱਚ ਭਰੀਏ, ਹੋਂ ਵਿੱਚ ਧੋਵੈ। ਇਹ ਸਾਰਾ ਕੁਝ ਹਉਮੈ ਵਿੱਚ ਹੀ ਹੈ। ਅਖੀਰ ਵਿੱਚ ਕਿਹਾ ਹੈ ਵੀ ਹਉਮੈ ਬੂਝੈ ਤਾਂ ਦਰ ਸੂਝੈ, ਗਿਆਨ ਵਿਹੂਨਾ ਕਤ ਕਤ ਲੂਝੈ। ਜੇ ਹਉਮੈ ਮਿਟੇਗੀ ਤੇ ਪ੍ਰਭੂ ਦੀ ਪ੍ਰਾਪਤੀ ਦਾ ਜੋ ਦਰਵਾਜ਼ਾ ਬ੍ਰਹਮ ਗਿਆਨ ਹੈ ਉਹ ਪ੍ਰਾਪਤ ਹੋਵੇਗਾ, ਨਹੀਂ ਤਾਂ ਫਿਰ ਖਪਦਾ ਰਹੇਗਾ। ਕਿਉਂ ਫਰਮਾਇਆ ਹੈ ਕੁਛ ਗਿਨੇ ਨ ਜਾਹੇ। ਇਸ ਤੋਂ ਬਾਅਦ ਇਹਨਾਂ ਦੀ ਕੋਈ ਗਿਣਤੀ ਨਹੀਂ ਹੈ। ਕਹਿਓ ਦੇਹ ਹੰਤਾ ਕਰ ਨਾ ਦੇ। ਇਸ ਕਰਕੇ ਕਿਹਾ ਭਾਈ ਹੰਕਾਰ ਨਾ ਕਰ, ਦੇਹ ਦਾ, ਗੁਣਾਂ ਦਾ, ਵਿਦਿਆ ਦਾ, ਕਿਸੇ ਚੀਜ਼ ਦਾ ਹੰਕਾਰ ਨਾ ਕਰ। ਤਨ ਹੰਤਾ ਮੈਂ ਸਭ ਉਤਪਾਤ। ਇਹ ਦੇਹ ਹੰਤਾ ਵਿੱਚ ਹੀ ਸਾਰੇ ਉਪਦਰਵ ਪੈਦਾ ਹੋ ਜਾਂਦੇ ਹਨ। ਪ੍ਰਾਪਤ ਕੁਨ ਕੁਨ ਪਛਤਾਤ। ਫਿਰ ਦੁੱਖ ਮਿਲਦਾ ਹੈ, ਹਉਮੈ ਕਰਕੇ ਮਗਰੋਂ ਪਛਤਾਉਂਦਾ ਹੈ। ਜਨਮ ਅਸੰਖ ਇਸੀ ਤੇ ਧਰੈ। ਇਸੇ ਕਰਕੇ ਅਸੰਖਾਂ ਹੀ ਜਨਮ ਧਾਰਦਾ ਹੈ। ਪਰਮਾਨ ਸੰਕਟ ਤੇ ਮਰੈ। ਫਿਰ ਮਰਨ ਲੱਗਿਆ ਵੀ ਬੜਾ ਸੰਕਟ ਹੁੰਦਾ ਹੈ। ਹੁਣ ਮੋਹ ਦੇ ਵਿੱਚ, ਜਿਹਨੂੰ ਧੀਆਂ ਪੁੱਤਰਾਂ ਦਾ ਮੋਹ ਹੈ, ਉਹਨੂੰ ਛੱਡ ਕੇ ਜਾਣਾ ਬੜਾ ਔਖਾ। ਜਿੰਨਾ ਜ਼ਿਆਦਾ ਮੋਹ ਹੋਏਗਾ ਉਹਨਾਂ ਨੂੰ ਤਿਆਗਣ ਦਾ ਜ਼ਿਆਦਾ ਦੁੱਖ ਹੋਏਗਾ। ਇਹ ਵੀ ਪਤਾ ਹੁੰਦਾ ਦੁਬਾਰਾ ਇਹਨਾਂ ਨਾਲ ਨਹੀਂ ਮਿਲਣਾ, ਫਿਰ ਬੜੀ ਵੱਖਰੀ ਜਿਹੀ ਘਬਰਾਹਟ ਹੁੰਦੀ ਹੈ ਵੀ ਇਹ ਤਾਂ ਦੁਬਾਰੇ ਮਿਲ ਹੀ ਨਹੀਂ ਸਕਦੇ। ਹੁਣ ਬੜੀ ਮਿਹਨਤ ਨਾਲ ਘਰ-ਬਾਰ ਬਣਾਇਆ, ਸਾਰਾ ਕੁਝ ਬਣਾਇਆ, ਛੱਡ ਕੇ ਜਾਣ ਲੱਗਿਆ ਬੜੀ ਤਕਲੀਫ ਹੁੰਦੀ ਹੈ। ਉਹ ਹਉਮੈ ਕਰਕੇ ਹੈ ਵੀ ਮੈਂ ਇਹ ਕੀਤਾ। ਹੁਣ ਮੈਂ ਜਿੰਨਾ ਜ਼ਿਆਦਾ ਕਿਸੇ ਚੀਜ਼ ਦੇ ਨਾਲ ਮੋਹ ਹੋਏਗਾ, ਪਕੜ ਹੋਏਗੀ, ਉਹਦੇ ਤਿਆਗ ਵਿੱਚ ਓਨਾ ਜ਼ਿਆਦਾ ਹੀ ਦੁੱਖ ਹੋਏਗਾ। ਉਹ ਤਿਆਗ ਵੀ ਐਸਾ ਹੁੰਦਾ ਦੁਬਾਰੇ ਇਹਦੇ ਨਾਲ ਮੇਲ ਨਹੀਂ ਹੋਣਾ। ਫਿਰ ਵੈ ਸੁਤ ਵੈ ਵਿਤ ਵੈ ਪੁਰ ਪਾਟਨ ਬਹੁਰ ਨਾ ਪੇਖੇ ਆਏ। ਵੀ ਉਹਨਾਂ ਪੁੱਤਰਾਂ ਧੀਆਂ ਨੂੰ, ਉਸ ਪਰਿਵਾਰ ਨੂੰ, ਉਸ ਸ਼ਹਿਰ ਨੂੰ, ਉਹਨਾਂ ਆਪਣੀਆਂ ਦੁਕਾਨਾਂ ਨੂੰ, ਉਹਨਾਂ ਬਾਜ਼ਾਰਾਂ ਨੂੰ ਦੁਬਾਰੇ ਨਹੀਂ ਇਹਨੇ ਆ ਕੇ ਵੇਖਣਾ। ਇਸ ਕਰਕੇ ਫਿਰ ਬੜਾ ਸੰਕਟ ਹੁੰਦਾ ਹੈ, ਉਦੋਂ ਬੜੀ ਤਕਲੀਫ ਹੁੰਦੀ ਹੈ। ਇਹ ਹੈ ਸਾਰਾ ਕੁਝ ਹਉਮੈ ਕਰਕੇ ਹੀ। ਮਮਤਾ ਅਜ ਵਿਕਾਰ ਅਨੇਕ। ਸੋ ਹੰਗਤਾ ਕਰਕੇ ਮਮਤਾ ਤੇ ਅੱਗੇ ਅਨੇਕਾਂ ਵਿਕਾਰ ਪੈਦਾ ਹੁੰਦੇ ਹਨ। ਤਨ ਹੰਤਾ ਜਨ ਕੀ ਅਵਵੇਕ। ਸੋ ਇਹ ਜਿਹੜੀ ਤਨ ਹੰਤਾ ਹੈ ਅਗਿਆਨ ਤੋਂ ਪੈਦਾ ਹੋਈ, ਅਵਵੇਕ ਤੋਂ ਤਨ ਹੰਤਾ ਹੋਈ।
ਤਨਹੰਤਾ ਤੋਂ ਅੱਗੇ ਫਿਰ ਮਮਤਾ ਪੈਦਾ ਹੋ ਗਈ, ਮਮਤਾ ਤੋਂ ਅੱਗੇ ਫਿਰ ਅਨੇਕਾਂ ਵਿਕਾਰ ਦੁੱਖ ਕਲੇਸ਼ ਪੈਦਾ ਹੋ ਗਏ। ਇਸ ਜਾਨਵਰ ਹੋਵੇ ਗੁਰ ਕਰਨਾ, ਜਿਸ ਦੇ ਉੱਪਰ ਗੁਰੂ ਦੀ ਕਿਰਪਾ ਹੋ ਜਾਵੇ ਤਨਹੰਤਾ ਕੋ ਕਰਨ ਪੁਰ ਹਰਨਾ, ਉਹ ਫਿਰ ਦੇਹ ਹੰਤਾ ਦੇਹ ਅਭਿਮਾਨ ਆਪਣਤ ਪੁਨਾ ਛੱਡ ਦਿੰਦਾ ਹੈ। ਤਤ ਉਪਦੇਸ਼ ਨਾਮ ਲਿਵ ਲਾਵੈ, ਉਹ ਫਿਰ ਜੋ ਗੁਰੂ ਦਾ ਤਤ ਸਿਧਾਂਤ ਦਾ ਜੋ ਉਪਦੇਸ਼ ਹੈ ਉਸ ਨੂੰ ਮੰਨ ਕੇ ਨਾਮ ਦੇ ਨਾਲ ਆਪਦੀ ਬਿਰਤੀ ਜੋੜੇਗਾ, ਨਾਮ ਦੇ ਨਾਲ ਜੁੜੇਗਾ। ਜਨਮ ਮਰਨ ਦੁਖ ਤੇ ਛੁੱਟ ਜਾਵੇ, ਨਾਮ ਜਪਣ ਦੇ ਨਾਲ ਫਿਰ ਜਨਮ ਮਰਨ ਦੇ ਦੁੱਖਾਂ ਤੋਂ ਇਹਦਾ ਸਦਾ ਲਈ ਛੁਟਕਾਰਾ ਹੋ ਜਾਏਗਾ। ਇਹ ਸੀ ਕਰਮਾਂ ਦੀ ਵਿਚਾਰ। ਸੋ 5 ਦਿਨਾਂ ਦੇ ਵਿੱਚ ਇੱਕ ਅਧਿਆਇ ਸੰਪੂਰਨ ਹੋਇਆ। ਸੋ ਕੋਸ਼ਿਸ਼ ਹੈ ਵੀ ਆਪਾਂ ਓਨੀ ਕੋ ਵਿਆਖਿਆ ਕਰੀਏ ਜਿੰਨੀ ਕੁ ਸਮਝ ਆ ਜਾਵੇ। ਉੱਦਾਂ ਤਾਂ ਵਿਆਖਿਆ ਦਾ ਅੰਤ ਨਹੀਂ ਹੈ, ਜਿੰਨਾ ਮਰਜ਼ੀ ਕਰੀ ਜਾਓ ਅੰਤ ਹੀ ਨਹੀਂ ਹੈ। ਪਰ ਤੱਤ ਦੀ ਵਿਚਾਰ ਜਿਹੜੀ ਜਿੰਨੀ ਕੁ ਸਮਝ ਆਈ ਜਾਵੇ ਸੌਖੀ ਸੌਖੀ, ਤੇ ਸਮਝਾਉਣ ਵਾਸਤੇ ਹੀ ਵਿਆਖਿਆ ਵੀ ਹੁੰਦੀ ਹੈ। ਬਸ ਤੱਤ ਉਪਦੇਸ਼ ਤਾਂ ਇਹੀ ਹੈ, ਸਤਿਗੁਰੂ ਜੀ ਕਹਿੰਦੇ ਵੀ ਨਾਮ ਦੇ ਨਾਲ ਜੁੜੋ, ਜਿਸ ਕਰਕੇ ਜਨਮ ਮਰਨ ਦੇ ਸੰਕਟ ਤੋਂ ਬਚ ਜਾਓਗੇ। ਤੇ ਨਾਮ ਜਪਣ ਦੇ ਨਾਲ ਹੀ ਤੁਹਾਨੂੰ ਗਿਆਨ ਪ੍ਰਾਪਤ ਹੋਏਗਾ, ਬਿਨਾਂ ਨਾਮ ਜਪਿਆ ਨਹੀਂ ਹੋਏਗਾ। ਇਹ ਕਿਤਾਬਾਂ ਦਾ ਗਿਆਨ ਇਹ ਤੁਹਾਡਾ ਉਧਾਰ ਨਹੀਂ ਕਰੇਗਾ। ਜੋ ਬੁੱਧੀ ਦੇ ਦੁਆਰਾ ਜਾਣਿਆ ਗਿਆ ਗਿਆਨ ਹੈ, ਬੁੱਧੀ ਦਾ ਜੜ ਹੈ, ਉਹ ਗਿਆਨ ਵੀ ਕੁਝ ਨਹੀਂ ਸਵਾਰਦਾ। ਅਸਲੀ ਤਾਂ ਆਤਮ ਗਿਆਨ ਹੈ, ਆਪਣੇ ਸਰੂਪ ਦਾ ਗਿਆਨ ਹੈ, ਜਿਹਦੇ ਨਾਲ ਤੁਹਾਡਾ ਉਧਾਰ ਹੋਏਗਾ। ਉਹ ਤਾਂ ਪ੍ਰਾਪਤ ਹੋਏਗਾ ਜੇ ਤੁਸੀਂ ਨਾਮ ਜਪੋਗੇ, ਸੇਵਾ ਕਰੋਗੇ। ਸੇਵਾ ਤੇ ਸਿਮਰਨ ਇਹ 2 ਖੰਭ ਹਨ ਬ੍ਰਹਮ ਗਿਆਨ ਰੂਪੀ ਆਕਾਸ਼ ਵਿੱਚ ਉਡਾਰੀ ਲਾਉਣ ਵਾਸਤੇ। ਡਬਲ ਹੋ ਜਾਂਦਾ ਛੇਤੀ, ਨਾਲ ਸਿਮਰਨ ਵੀ ਹੋਵੇ ਨਾਲ ਸੇਵਾ ਵੀ ਹੋਵੇ, ਤੇ ਫਿਰ ਛੇਤੀ ਮੰਜ਼ਲ ਡਬਲ ਤੇਜ਼ੀ ਹੋ ਜਾਂਦੀ ਹੈ, ਛੇਤੀ ਮੰਜ਼ਿਲ ਤੇ ਪਹੁੰਚ ਜਾਏਗਾ। ਜਿਵੇਂ ਜਹਾਜ਼ ਰਾਹੀਂ ਅਸੀਂ ਘੰਟੇ ਵਿੱਚ ਦਿੱਲੀ ਪਹੁੰਚ ਜਾਂਦੇ ਹਾਂ, ਟ੍ਰੇਨ ਰਾਹੀਂ ਸਾਨੂੰ ਜਿਹੜੀ ਤੇਜ਼ ਤੋਂ ਤੇਜ਼ ਟ੍ਰੇਨ ਉਹ ਵੀ 12 ਘੰਟੇ ਲਾ ਦਿੰਦੀ, ਦੂਜੀਆਂ ਕੋਈ 18 ਕੋਈ 20 ਲਾ ਦਿੰਦੀਆਂ ਹਨ। ਇਸੇ ਤਰ੍ਹਾਂ ਹੀ ਸੇਵਾ ਤੇ ਸਿਮਰਨ ਜੇ ਦੋਹੇ ਚੱਲਣ ਨਾਲ, ਹਾਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਨਾਲ, ਬੜੀ ਛੇਤੀ ਫਿਰ ਆਤਮ ਪ੍ਰਕਾਸ਼ ਆਤਮ ਗਿਆਨ ਹੋ ਜਾਂਦਾ ਹੈ। ਇਸ ਕਰਕੇ ਤਤ ਉਪਦੇਸ਼ ਇਹੀ ਹੈ, ਕੇਵਲ ਨਾਮ ਜਪੋ ਰੇ ਪ੍ਰਾਣੀ ਪਰੋ ਏਕ ਕੀ ਸਰਨਾ, ਜਿਸ ਕਰਕੇ ਜਨਮ ਮਰਨ ਦੇ ਸੰਕਟ ਮਿਟ ਜਾਂਦੇ ਹਨ। ਇਹ ਸੀ ਕਰਮਾਂ ਦਾ ਨਿਰਣੈ। ਹੁਣ ਚੱਲੇਗੀ ਆਤਮ ਵਿਚਾਰ, ਖਾਲੀ ਅੰਦਰ ਦੀ ਗੱਲ ਚੱਲੇਗੀ, ਹੁਣ ਰੂਹਾਨੀਅਤ ਦੀ ਗੱਲ ਚੱਲੇਗੀ, ਆਤਮ ਵਿਚਾਰ ਚੱਲੇਗੀ। ਉਹ ਵਿਚਾਰ ਆਏਗੀ ਜਿਵੇਂ ਜਿਵੇਂ ਸਤਿਗੁਰੂ ਜੀ ਸੋਝੀ ਦੇਣਗੇ, ਕਿਉਂਕਿ ਸਾਰੀ ਸੋਝੀ ਤਾਂ ਸਤਿਗੁਰੂ ਬਖਸ਼ਣ ਵਾਲੇ ਹਨ। ਬੁੱਧੀ ਵੀ ਉਹੀ ਪ੍ਰਕਾਸ਼ ਕਰਨ ਵਾਲੇ ਹਨ, ਰਹਿਮਤ ਵੀ ਉਹਨਾਂ ਦੀ ਹੈ, ਗਿਆਨ ਦਾ ਵੀ ਉਹੀ ਪ੍ਰਕਾਸ਼ ਕਰਦੇ ਹਨ। ਉਹ ਸਭ ਗੁਰੂ 10ਵੇਂ ਪਾਤਸ਼ਾਹ ਦੀ ਕਿਰਪਾ ਦੇ ਨਾਲ ਹੈ। ਹੁਣ ਭਾਈ ਦਇਆ ਸਿੰਘ ਜੀ 5 ਪਿਆਰਿਆਂ ਚੋਂ ਮੁਖੀ ਬ੍ਰਹਮ ਗਿਆਨੀ ਵੀ ਤੇ ਵਿਦਵਾਨ ਵੀ ਉੱਚ ਕੋਟੀ ਦੇ, ਉਹ ਵੀ ਇਹ ਗੱਲ ਕਹਿੰਦੇ ਮੇਰੇ 'ਚ ਤਾਕਤ ਨਹੀਂ ਹੈ ਜਿਹੜਾ ਤੁਸੀਂ ਇਹ ਪ੍ਰਸ਼ਨ ਕਰਦੇ ਹੋ ਵੀ ਕਰਮਾਂ ਦੇ ਬਾਰੇ ਜਾਂ ਆਤਮਾ ਦੇ ਬਾਰੇ, ਮੈਂ ਇਹਦਾ ਨਹੀਂ ਜਵਾਬ ਦੇ ਸਕਦਾ। ਇਹ ਤਾਂ ਵਿਦਿਆ ਤੋਂ ਪਰੇ ਦੀ ਗੱਲ ਹੈ, ਦੁਨਿਆਵੀ ਵਿਦਿਆ ਪੜ੍ਹਾਈ ਤੋਂ ਲਿਖਤ ਦੇ ਵਿੱਚ ਜੋ ਵਿਦਿਆ ਆਉਂਦੀ ਹੈ ਉਸ ਤੋਂ ਪਰੇ ਦੀ ਗੱਲ ਹੈ। ਉਹ ਗੱਲ ਨੂੰ ਸਮਝਣਾ ਤੇ ਦੱਸਣਾ ਉਹ 10ਵੇਂ ਪਾਤਸ਼ਾਹ ਦੀ ਕਿਰਪਾ ਨਾਲ ਹੋਏਗਾ, ਉਸ ਤੋਂ ਬਿਨਾਂ ਨਹੀਂ ਹੋ ਸਕਦਾ। ਸੋ ਅਸੀਂ ਤਾਂ ਕੁਝ ਵੀ ਨਹੀਂ ਹਾਂ, ਕੇਵਲ ਇੱਕ ਦਸ਼ਮੇਸ਼ ਪਿਤਾ ਦੇ ਦਰ ਦੇ ਕੁੱਤੇ ਹਾਂ, ਬਸ ਭੌਂਕਣਾ ਕੰਮ ਹੈ। कबीर तू कर राम को मुतिया मेरो नाव, गले हमारे जेवरी जह किंचै तह जाओ। सो
ਜਿਵੇਂ ਜਿਵੇਂ ਸਤਿਗੁਰੂ ਜੀ ਪ੍ਰੇਰਨਾ ਕਰਦੇ ਹਨ, ਬਖਸ਼ਿਸ਼ ਕਰਦੇ ਹਨ, ਉਸ ਤਰ੍ਹਾਂ ਆਪ ਜੀ ਦੇ ਨਾਲ ਇਹ ਆਤਮ ਵਿਚਾਰ ਦੀ ਜੋ ਡੂੰਘੀ ਵਿਚਾਰ ਹੈ ਉਹਨੂੰ ਸਮਝਣ ਦਾ ਯਤਨ ਵੀ ਕਰਦੇ ਹਾਂ ਅਤੇ ਸੰਗਤਾਂ ਦੀ ਸਮਝ ਵਿੱਚ ਵੀ ਆਵੇ, ਇਹ ਵੀ ਯਤਨ ਹੈ। ਇਹਦਾ ਲਾਭ ਬਹੁਤ ਹੈ, ਇਹਦਾ ਪੁੰਨ ਵੀ ਬੜਾ ਹੈ। ਐਸਾ ਪੁੰਨ ਹੈ ਜਿਵੇਂ ਕੋਈ ਕਈ ਸਾਲਾਂ ਬੱਧੀ ਯੋਗਾ ਅਭਿਆਸ ਕਰਦਾ ਰਹੇ, ਹਜ਼ਾਰਾਂ ਸਾਲ ਤੱਕ, ਉਸ ਨੂੰ ਜਿਹੜਾ ਫਲ ਮਿਲਦਾ ਹੈ ਉਹ ਫਲ ਥੋੜ੍ਹੇ ਸਮਾਂ ਸੰਗਤ ਵਿੱਚ ਬੈਠ ਕੇ ਧਿਆਨ ਦੇ ਨਾਲ, ਗੁਰੂ ਦੀ ਕਥਾ ਸੁਣਨ ਦੇ ਨਾਲ ਉਹ ਫਲ ਛੇਤੀ ਮਿਲ ਜਾਂਦਾ ਹੈ। ਸੈਂਕੜੇ ਸਾਲਾਂ ਦੀ ਤਪੱਸਿਆ ਦਾ ਫਲ ਘੰਟਿਆਂ ਦੇ ਵਿੱਚ ਮਿਲ ਜਾਂਦਾ ਹੈ। ਇਹ ਹੈ ਗੁਰੂ ਘਰ ਦੀ, ਗੁਰੂ ਸੰਗਤ ਦੀ ਵਡਿਆਈ।